हेलो। हाँ जी मैम, गुड आफ्टरनून जी। गुड आफ्टरनून मैम। ओके, थैंक यू मैम। वेलकम ऑल। मैं दलजीत कौर, सरफेस ऑर्नामेंटेशन ਦੀ ਇੰਸਟ੍ਰਕਟਰ, ਗਵਰਨਮੈਂਟ ਆਈਟੀਆਈ ਵੂਮਨ ਰੋਪੜ ਤੋਂ। ਅੱਜ ਦਾ ਟੌਪਿਕ ਮੇਰਾ ਤੁਹਾਡੇ ਲਈ ਹੈਗਾ MCQs ਰਿਗਾਰਡਿੰਗ ਸਰਫੇਸ ऑर्नामेंटेशन ਟੈਕਨੀਕ ਤੇ। ठीक है, MCQs ਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰੂੰਗੀ, ਲੇਕਿਨ ਉਸ ਤੋਂ ਪਹਿਲਾਂ ਮੈਂ ਦੱਸੂੰਗੀ ਤੁਹਾਨੂੰ ਮਿਸ਼ਨ ਫਤਿਹ ਬਾਰੇ। ਜਿਵੇਂ ਕਿ ਆਪਾਂ ਪੰਜਾਬ ਦੇ ਵਿੱਚ ਮਿਸ਼ਨ ਫਤਿਹ ਨੂੰ ਸਪੋਰਟ ਕਰ ਰਹੇ ਹਾਂ ਔਰ ਇਹਨੂੰ ਸਕਸੈਸਫੁਲ ਬਣਾਉਣ ਲਈ ਹਰ ਤਰ੍ਹਾਂ ਦੇ ਕਦਮ ਚੁੱਕ ਰਹੇ ਹਾਂ, है ना। और सबने क्या करना, अपने फोन के ऊपर कोवा ऐप डाउनलोड करना है और की करना है, 3 गल्लां दा ध्यान रखना है। सब तो पहला जदों भी घर तो बाहर जाना है तो आपां की मास्क का प्रयोग करना है। ठीक है, हमेशा की है मास्क यूज करना है और फिर ही घर तो बाहर जाना है। एक तो ये सानू प्रोटेक्ट करेगा, ठीक है, कोरोना वायरस तो सानू प्रोटेक्ट करेगा। और अपने हत्थां नू जिन्नी बार हो सके धोना है, क्योंकि हथ अगर इधर उधर टच कर रहे हैं, बाहर आपां जाके आए हैं, ਤਾਂ ਸਭ ਤੋਂ ਪਹਿਲਾਂ ਸਾਡਾ ਕੰਮ ਕੀ ਬਣਦਾ, ਹੱਥਾਂ ਨੂੰ ਆ ਕੇ ਧੋਣਾ। ਔਰ ਕੀ ਹੈ, ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨੀ ਹੈ। ਅਗਰ ਅਸੀਂ ਘਰ ਤੋਂ ਬਾਹਰ ਨਿਕਲੇ ਆ ਤਾਂ ਸਾਨੂੰ ਇੱਕ ਦੂਰੀ ਦੇ ਵਿੱਚ ਰਹਿੰਦੇ ਹੋਏ, ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਦੇ ਹੋਏ ਗੱਲ ਕਰਨੀ ਹੈ ਇੱਕ ਦੂਸਰੇ ਦੇ ਨਾਲ। ਇਹਨਾਂ ਗੱਲਾਂ ਦਾ ਅਸੀਂ ਧਿਆਨ ਰੱਖਾਂਗੇ ਤਾਂ ਕੀ ਅਸੀਂ ਕੋਰੋਨਾ ਤੋਂ ਹਮੇਸ਼ਾ ਬਚੇ ਰਹਾਂਗੇ। ਹੁਣ ਗੱਲ ਕਰਦੇ ਆ MCQs ਦੀ। ਸਾਡਾ ਜੋ ਕੁਐਸਚਨ ਆ ਫਰਸਟ ਉਹ ਹੈਗਾ, what is the shape of bullion knot stitch। ਹੁਣ bullion knot stitch ਤੁਹਾਨੂੰ ਪਤਾ bullion ਟਾਂਕਾ ਕੀ ਹੈ, ਜਿਹੜਾ ਜਿਹਨੂੰ ਅਸੀਂ ਸੁੰਡੀ ਟਾਂਕਾ ਵੀ ਬੋਲਦੇ ਆ, ਹੈ ਨਾ, bullion stitch, ਜਿਹਦੇ ਉੱਪਰ ਸੂਈ ਦੇ ਉੱਪਰ ਕਾਫੀ ਸਾਰੇ ਰਾਉਂਡਸ ਪਾਏ ਜਾਂਦੇ ਨੇ। ਹੁਣ ਇਹਦੀ ਸ਼ੇਪ ਕਿਸ ਤਰ੍ਹਾਂ ਦੀ ਹੁੰਦੀ ਆ, ਆਪਾਂ ਉਸ ਸ਼ੇਪ ਨੂੰ ਕਿਵੇਂ ਦੱਸ ਸਕਦੇ ਹਾਂ ਕਿ bullion ਦੀ ਸ਼ੇਪ ਕੀ ਹੈ। ਉਹਦੀ ਓਵਲ ਸ਼ੇਪ ਹੈ, ਕੋਇਲ ਸ਼ੇਪ ਹੈ, ਡਾਇਮੰਡ ਸ਼ੇਪ ਹੈ ਜਾਂ ਟ੍ਰਾਇੰਗਲ ਸ਼ੇਪ ਹੈ। ਹੁਣ ਓਵਲ ਤੁਹਾਨੂੰ ਪਤਾ ਹੈ ਜਿਵੇਂ ਅੰਡੇ ਦਾ ਆਕਾਰ ਹੁੰਦਾ ਹੈ ਨਾ, ਉਹਨੂੰ ਅਸੀਂ ਕੀ ਬੋਲਦੇ ਹਾਂ, ਓਵਲ ਸ਼ੇਪ, ਹੈ ਨਾ। ਡਾਇਮੰਡ ਸ਼ੇਪ, ਡਾਇਮੰਡ ਦੇ ਆਕਾਰ ਦੀ ਹੁੰਦੀ ਹੈ, ਜਿਵੇਂ ਡਾਇਮੰਡ ਹੁੰਦਾ है ना, पतंग टाइप, सेम उस तरह की डायमंड शेप हुंदी है। ट्रायंगल ਤੁਹਾਨੂੰ ਪਤਾ ਹੈ 3 ਕੋਨ ਜਿਹਦੇ ਹੁੰਦੇ ਨੇ, ट्रायंगल ਉਹ ਵਾਲੀ ਸ਼ੇਪ। ਕਿਉਂਕਿ ਹੁਣ ਇਹ ਹੈਗੀ ਆ ਬੁਲੀਅਨ, ਨਾ ਤਾਂ ਇਹ ट्रायंगल ਹੁੰਦਾ, ਨਾ ओवल ਹੁੰਦਾ, ਨਾ डायमंड ਹੁੰਦਾ। ਇਹਦੀ ਸ਼ੇਪ ਕੋਇਲ ਵਰਗੀ ਹੁੰਦੀ ਹੈ। ਜਿਵੇਂ ਆਪਣੇ ਕੋਲ ਕੋਇਲ ਹੁੰਦੀ ਹੈ, ਆਪਾਂ ਘਰ ਕੋਇਲ ਦੇਖਨੇ ਆ ਕਿਵੇਂ ਹੁੰਦੀ ਹੈ, ਛੋਟੇ ਤੋਂ ਸ਼ੁਰੂ ਹੁੰਦੀ ਹੈ, ਏਦਾਂ ਗੋਲ ਘੁੰਮੀ ਜਾਂਦੀ ਹੈ ਨਾ, ਕੋਇਲ ਦੀ ਸ਼ੇਪ। ਤਾਂ ਕੀ ਹੈ, ਬੁਲੀਅਨ ਨॉट ਸਟਿਚ ਜਿਹੜਾ ਹੈ ਉਹਦੀ ਸ਼ੇਪ ਕੀ ਹੁੰਦੀ ਹੈ, ਅਗਰ ਉਹਨੂੰ ਡਿਫਾਈਨ ਕਰਨਾ ਹੋਵੇ ਤਾਂ ਉਹ ਹੁੰਦੀ ਹੈ ਕੋਇਲ ਸ਼ੇਪ। ਯਾਨੀ ਕਿ ਕੋਇਲ ਦੀ ਤਰ੍ਹਾਂ ਰਾਉਂਡ ਘੁੰਮ ਰਿਹਾ ਹੈ ਔਰ ਕੋਇਲ ਸ਼ੇਪ ਬਣਾਉਂਦੇ ਹੋਏ ਆਪਾਂ ਬੁਲੀਅਨ ਨॉट ਸਟਿਚ ਪਾ ਰਹੇ ਹਾਂ। ਦੇਖੋ ਤੁਹਾਨੂੰ ਪਿਕਚਰ ਦੇ ਵਿੱਚ ਬੜੇ ਕਲੀਅਰਲੀ ਦਿਖਾਇਆ ਹੋਇਆ ਹੈ ਕਿ ਕੁੰਡੀਆਂ ਬਣ ਰਹੀਆਂ ਨੇ ਔਰ ਕੋਇਲ ਦੀ ਤਰ੍ਹਾਂ ਘੁੰਮ ਰਿਹਾ ਹੈ ਨਾ, ਟਾਂਕਾ ਜੋ ਹੈ, ਧਾਗਾ ਜੋ ਹੈ ਸੂਈ ਦੇ ਉੱਪਰ ਕੋਇਲ ਦੀ ਤਰ੍ਹਾਂ ਘੁੰਮ ਰਿਹਾ। ਨੈਕਸਟ ਸਾਡਾ ਕੁਐਸਚਨ ਹੈ, which stitch gives embossed effect to the design। ਹੁਣ ਕਿਹੜਾ ਸਟਿਚ ਹੈ ਜਿਹਦਾ embossed ਹੁੰਦਾ ਉਭਰਿਆ ਹੋਇਆ ਇਫੈਕਟ ਹੈ ਨਾ, ਉਭਾਰ ਵਾਲਾ ਇਫੈਕਟ ਹੈ, ਜਿਹਦਾ ਉਭਾਰ ਦਿਖ ਰਿਹਾ ਸਾਨੂੰ ਉੱਪਰ ਨੂੰ। ਹੈਰਿੰਗਬੋਨ ਸਟਿਚ, ਕੋਚਿੰਗ, ਫਲਾਈ ਸਟਿਚ, ਫਿਸ਼ਬੋਨ ਸਟਿਚ। ਹੁਣ ਹੈਰਿੰਗਬੋਨ ਤੁਹਾਨੂੰ ਪਤਾ, ਹੈਰਿੰਗਬੋਨ ਉਭਰਿਆ ਹੋਇਆ ਟਾਂਕਾ ਨਹੀਂ ਹੈਗਾ, ਕਿਉਂਕਿ ਇਹ ਕ੍ਰੋਸ ਸਟਿਚ ਦਾ ਹੈ ਨਾ ਵੇਰੀਏਸ਼ਨ ਹੈ, ਕ੍ਰੋਸ ਸਟਿਚ ਦੇ ਅੰਡਰ ਆਂਦਾ। ਫਲਾਈ ਸਟਿਚ ਜਿਹੜਾ ਆ ਉਹ ਸਿੰਪਲ ਵੀ ਬਣਦਾ ਹੈ ਨਾ, ਫਲਾਈ ਸਟਿਚ ਵਿੱਚ ਸਿੰਪਲ ਵੀ ਬਣਦਾ, ਉਹ ਵੀ ਕੀ ਹੈ ਜਿਹੜਾ ਉਹ ਕ੍ਰੋਸ ਸਟਿਚ ਦੀ ਹੈ ਨਾ, ਕੀ ਉਹਨੂੰ ਬੋਲਦੇ ਆ, ਲੇਜ਼ੀ ਡੇਜ਼ੀ ਜਿਹੜਾ ਸਟਿਚ ਪਾਉਂਦੇ ਆ ਆਪਾਂ, ਹੈ ਨਾ, ਉਹ ਵਾਲੇ ਸਟਿਚ ਦੇ ਫਾਰਮੈਟ ਵਿੱਚੋਂ ਆਉਂਦਾ। ਹੁਣ ਫਿਸ਼ਬੋਨ ਕੀ ਹੈ, ਫਿਸ਼ਬੋਨ ਪੱਤੀਆਂ ਵਿੱਚ ਭਰਿਆ ਜਾਂਦਾ ਹੈ ਨਾ, ਇਹ ਵੀ ਇੱਕ ਫਲੈਟ ਟਾਂਕੇ ਦੇ ਵਿੱਚ ਆਉਂਦਾ। ਤਾਂ ਜਿਹੜੀ ਉਭਰੀ ਹੋਈ ਚੀਜ਼ ਹੈ ਉਹ ਕੋਚਿੰਗ ਕਿੱਦਾਂ ਉਭਰੀ ਹੋਈ ਮੰਨਦੇ ਆ, ਕਿਉਂਕਿ ਜਿਹੜੀ ਨੀਚੇ ਅਸੀਂ ਕੋਚਿੰਗ ਦੀ ਡੋਰੀ ਯੂਜ਼ ਕਰਦੇ ਆ ਔਰ ਉਹਦੇ ਉੱਪਰ ਅਸੀਂ ਕੋਚਿੰਗ ਦੇ ਟਾਂਕੇ ਪਾਉਂਦੇ ਆ, ਉਹ ਇੱਕ ਉਭਾਰ ਦੱਸਦੀ ਹੈ। ਜਿਹੜੀ ਵਿੱਚ ਕੋਚਿੰਗ ਯੂਜ਼ ਕਰਦੇ ਆ ਨਾ, ਆਪਾਂ ਡੋਰੀ ਯੂਜ਼ ਕਰ ਰਹੇ ਆ ਜਾਂ ਐਂਕਰ ਦਾ ਥ੍ਰੈਡ ਯੂਜ਼ ਕਰ ਰਹੇ ਆ ਜਾਂ ਕੋਈ ਉਨ ਯੂਜ਼ ਕਰ ਰਹੇ ਆ, ਉਹ ਜਿਹੜੀ ਉਭਰੀ ਹੋਈ ਚੀਜ਼ ਆ ਉਹ ਉਭਾਰ ਦੱਸਦੀ ਹੈ ਨਾ। ਤਾਂ ਅਸੀਂ ਕੀ ਹੈ, embossed effect, ਇੱਥੇ ਕੋਈ ਹੋਰ ਵੀ ਆਪਸ਼ਨ ਆ ਸਕਦੀ ਆ, ਬਟ ਉਦੋਂ ਅਸੀਂ ਇਹ ਦੇਖਣਾ ਹੈ ਕਿ ਉਭਾਰ ਵਾਲਾ ਇਫੈਕਟ ਕਿਹਦਾ, embossed ਕਿਹੜਾ ਉਭਰਿਆ ਹੋਇਆ ਦੱਸ ਰਿਹਾ ਹੈ ਨਾ, ਆਪਸ਼ਨ ਚੇਂਜ ਵੀ ਹੋ ਸਕਦੇ ਆ। ਤਾਂ ਅਸੀਂ ਕੀ ਹੈ, ਸਾਨੂੰ ਸਾਰੇ ਸਟਿਚਸ ਪਤਾ ਹੋਣੇ ਚਾਹੀਦੇ ਆ ਤਾਂ ਜੋ ਅਸੀਂ ਦੱਸ ਸਕੀਏ embossed effect ਕਿਹਦਾ ਹੈ। ਹੁਣ ਇਹਦੇ ਵਿੱਚ embossed effect ਕੋਚਿੰਗ ਦਾ, ਠੀਕ ਹੈ। ਉਸ ਤੋਂ ਬਾਅਦ ਨੈਕਸਟ ਹੈਗੀ ਹੈ, which stitches appear as twisted card effect। ਹੁਣ ਕਿਹੜੇ ਸਟਿਚ ਦੀ ਅਪੀਅਰੈਂਸ ਹੁੰਦੀ ਹੈ, ਟਵਿਸਟਡ ਕਾਰਡ ਇਫੈਕਟ ਵਾਲੀ, ਯਾਨੀ ਕਿ ਟਵਿਸਟ ਕਰਦੇ ਹੋਏ,
टेढ़ियां धारियां है ना, ਉਹਦਾ इफेक्ट ਕਿਹੜੇ स्टिच विच आउंदा है, या जिवें बैक स्टिच, रनिंग स्टिच, स्टैम स्टिच या चेन स्टिच। हुण चेन स्टिच तुहानूं पता है लूप स्टिच है ना, चेन स्टिच, फ्लाई स्टिच, सारे लूप स्टिच दे फॉर्मेट है। ਹੁਣ चेन स्टिच लूप स्टिच है, यानी कि ये तिरछा तो पैंदा नहीं, ये लूप की तरह बन जाता है। बैक स्टिच सीधा बैक जा रहा, फ्लैट टांके की तरह जा रहा। रनिंग स्टिच सीधा कच्चा टांका, ये भी एक फ्लैट टांके की जिहड़ी है फॉर्मेट है ना। यानी कि स्टैम स्टिच जिहड़ी स्टैम हुंदी है ओहदियां तिरछियां 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 लाइनां बनदियां ने, यानी कि एक ट्विस्टेड इफेक्ट आ रहा है। ਤਾਂ ਕੀ ਹੈ ਜਿਹੜਾ ਆਪਣਾ ट्विस्टेड अपीयरेंस है वो स्टेम स्टिच दे रहा है। ठीक है, तिरछी लाइन, ठीक है, तिरछा इफेक्ट ਜਿਹੜਾ ਹੈ स्टेम स्टिच। ਉਸ ਤੋਂ ਬਾਅਦ नेक्स्ट हैगा विच स्टिच इज फ्लैट फिलिंग स्टिच। ਹੁਣ फ्लैट फिलिंग ਦਾ मतलब ਹੁੰਦਾ ਪੱਧਰਾ, फ्लैट और भरवा। फिलिंग का मतलब भरवा। ਹੁਣ ਕਿਹੜਾ स्टिच है जो फ्लैट भी है और भरवी लुक भी दे रहा है ना। फिश बोन स्टिच, फ्लाई स्टिच, क्रॉस बटन होल स्टिच या साटन स्टिच। क्योंकि फिश बोन, फ्लाई स्टिच और क्रॉस बटन होल स्टिच ये जेड़े है क्रॉस दे है ना, क्रॉस स्टिच दे फॉर्मेट है, फ्लैट तो है नहीं। हुण फ्लैट टांका केड़ा, जदों मैं तुहानूं अपना चैप्टर करवाया सी फ्लैट, लूप्ड, क्रॉस और नॉट स्टिच केड़े केड़े हुंदे ने, उहदे विच मैं तुहानूं दस्सिया सी। हुण जेड़ा साटन स्टिच है, साटन स्टिच फ्लैटली सीधा सीधा फ्लैटली भरिया जांदा है। और की है एदा जेड़ा है फीलिंग स्टिच बोलते हैं, साटन स्टिच नो फीलिंग स्टिच बोलते हैं, क्योंकि ये सारे पैटर्न नू भर दिंदा है ना, इसलिए इनू फ्लैट फीलिंग स्टिच बोलते हैं। साटन स्टिच तुहाडा फ्लैट फीलिंग स्टिच। उस तो बाद नेक्स्ट आंदा है विच टाइप ऑफ स्टिच इज यूज्ड टू फॉर्म फर्म एज। हुण फर्म एज बनाने वास्ते केड़े स्टिच दी यूज किया जाता। फर्म एजिस हुंदियां ने मोटाई है ना, किसी एज नू मोटाई दिंदे होए, सख्ती दिंदे होए पक्का करना, मजबूत करना। हुण हैरिंग बोन स्टिच है कि फ्लाई स्टिच है या क्लोज्ड बटन होल स्टिच है या फिश बोन स्टिच है। हैरिंग बोन स्टिच आपां करदे हां जदों आपां किनारियां नू तारा नू रोकदे हां है ना। और फ्लाई स्टिच करदे हां जदों आपां कढ़ाई करदे हां, ओहदे विच आपां की है चीज़ां नू पैटर्न नू अंदरों फील्ड करन वास्ते फ्लाई स्टिच दा इस्तेमाल करदे हां कि किते किते वी शेप बनाई और पैटर्न जो अंदरों खाली है उन्होंने थोड़ी थोड़ी असी कढ़ाई दी लुक देती भरता। ठीक है, फिर उस तो बाद फिश बोन स्टिच पत्तियां विच ज्यादा इस्तेमाल हुंदा है। हुण असी जदों किसी एज नू मजबूत करदे आ है ना, किसी एज नू मजबूत करदे आ तो उत्थे की है, देखो तेरे को पिक्चर भी मैं ऐसे करके दिखाई है कि उत्थे आपां क्लोज्ड हैरिंग बोन यानी कि नाल 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 हैरिंग बोन पांदे आ। एक तां कपड़े दी फर्म थिक हो जाती है ना, थिकनेस आ जाती है, मोटाई हो जाती है, स्ट्रॉन्ग हो जाती है, और उस तो बाद ओदे एज भी की है फिनिश हो जाते हैं। यानी कि क्लोज्ड हैरिंग बोन स्टिच जेड़ा है फॉर्म फर्म एज वास्ते वरत्या जाता है। ठीक है, उस तो बाद नेक्स्ट आंदा विच टाइप ऑफ क्लोथ इज यूज्ड फॉर क्रॉस स्टिच। हुण क्रॉस स्टिच करन लई असी किस तरह दा कपड़ा यूज करदे हां जदों असी क्रॉस स्टिच करना। साटन क्लोथ, ऑर्गेंडी क्लोथ, मैटी क्लोथ या सिल्क क्लोथ। हुण साटन क्लोथ किथे इस्तेमाल हुंदा है, साटन क्लोथ इस्तेमाल हुंदा है जदों असी शाइनिंग वाले किसी कपड़े दे ऊपर कढ़ाई करदे हां है ना। और ऑर्गेंडी दा जिहड़ा कपड़ा हुंदा ओ ज्यादातर शैडो वास्ते यूज हुंदा है ना, शैडो करन लई, शैडो वर्क करन लई ऑर्गेंडी क्लोथ यूज हुंदा है। सिल्क यूज हो जांदा होर जिवें असी बैक स्टिच कर रहे हैं या मोतियां दा काम कर रहे हैं या आरी वर्क कर रहे हैं, ओहदे वास्ते असी की है सिल्क क्लोथ यूज कर लेंदे आ। बट क्रॉस स्टिच जो आ गिणी हुई कढ़ाई है ना, गिण के कीती जाने वाली कढ़ाई आ, और ये उसी कपड़े ते होएगी जेदियां तारां गिणियां जाणगियां। मैटी क्लोथ हो गया, मैटी क्लोथ ਉਹ ਹੁੰਦੇ ਆ ਜਿਨ੍ਹਾਂ ਦੀਆਂ ਤਾਰਾਂ ਆਸਾਨੀ ਨਾਲ ਗਿਣੀਆਂ ਜਾ ਸਕਦੀਆਂ ਨੇ, ਜਿਨ੍ਹਾਂ ਨੂੰ ਅਸੀਂ ਮੈਟੀ ਬੋਲਦੇ ਆ। ਠੀਕ ਹੈ, ਆਪਾਂ क्रॉस स्टिच ਵਾਸਤੇ मैटी क्लोथ यूज करते ਆ। नहीं काउंटेड थ्रेड फैब्रिक भी आ सकता सी, काउंटेड फैब्रिक है ना, मैटी क्लोथ की जगह काउंटेड फैब्रिक हुंदा ना, असी वो भी ऑप्शन ते टिक कर सकते किसी, क्योंकि क्रॉस स्टिच जो है ज्योमेट्रिकल डिजाइन है और की है गिण के किया जाने वाला, इस करके गिणांगे उत्थे जिथे कपड़े दी बनतर उस हिसाब दी होएगी जिन्हों असी आसानी नाल गिण सकांगे। यानी कि मैटी क्लोथ्स जिन्हां दे तारां आसानी नाल गिणियां जा सकदियां।
ਉਸ ਤੋਂ ਬਾਅਦ ਨੈਕਸਟ ਆਂਦਾ which type of design used in the cross stitch। ਹੁਣ cross stitch ਲਈ ਡਿਜ਼ਾਈਨ ਕਿਸ ਤਰ੍ਹਾਂ ਦੇ ਯੂਜ਼ ਹੁੰਦੇ ਆ, ਨੈਚੁਰਲ ਡਿਜ਼ਾਈਨ, ਜਿਓਮੈਟ੍ਰਿਕ ਡਿਜ਼ਾਈਨ, ਐਬਸਟ੍ਰੈਕਟ ਡਿਜ਼ਾਈਨ ਜਾਂ ਇਲੂਜ਼ਨ ਡਿਜ਼ਾਈਨ। ਹੁਣ ਨੈਚੁਰਲ ਡਿਜ਼ਾਈਨ, ਐਬਸਟ੍ਰੈਕਟ ਔਰ ਇਲੂਜ਼ਨ, ਇਹ ਕੀ ਹੈ, ਇਲੂਜ਼ਨ ਅੱਖਾਂ ਨੂੰ ਧੁੰਦਲਾ ਕਰਦੇ ਆ, ਨੈਚੁਰਲ ਡਿਜ਼ਾਈਨ ਜਿਹੜੇ ਕੁਦਰਤੀ ਬਣਾਉਂਦੇ ਆ, ਕਿਉਂਕਿ ਜਿਓਮੈਟ੍ਰਿਕ ਡਿਜ਼ਾਈਨ ਹੋ ਸਕਦੇ ਆ, ਐਬਸਟ੍ਰੈਕਟ ਵੀ ਨਹੀਂ ਹੋ ਸਕਦੇ। ਨੈਚੁਰਲ ਜਿਓਮੈਟ੍ਰਿਕ ਡਿਜ਼ਾਈਨ ਹੋਣਗੇ ਇਹ ਕਿਉਂਕਿ ਜਦੋਂ ਅਸੀਂ ਕ੍ਰਾਸ ਸਟਿਚ ਬਣਾਉਂਦੇ ਆ, ਕ੍ਰਾਸ ਸਟਿਚ ਅਸੀਂ ਕੀ ਕਰ ਰਹੇ ਆ, ਤਾਰਾਂ ਗਿਣ ਰਹੇ ਆ, ਹੈ ਨਾ, ਤਾਰਾਂ ਗਿਣ ਰਹੇ ਆ। ਔਰ ਇਹਦੇ ਡਿਜ਼ਾਈਨ ਕ੍ਰਾਸ ਸਟਿਚ ਦੇ ਕਿਹਦੇ ਉੱਪਰ ਬਣਦੇ ਨੇ, ਕ੍ਰਾਸ ਸਟਿਚ ਦੇ ਡਿਜ਼ਾਈਨ ਹਮੇਸ਼ਾ ਗ੍ਰਾਫ ਪੇਪਰ ਉੱਪਰ ਬਣਦੇ ਆ। ਗ੍ਰਾਫ ਪੇਪਰ ਲੈਂਦੇ ਹੋਏ ਉਹਦੇ ਉੱਪਰ ਚੈਕਸ ਬਣੇ ਹੁੰਦੇ ਨੇ, ਆਪਾਂ ਗਿਣ ਗਿਣ ਕੇ ਕ੍ਰਾਸ ਸਟਿਚ ਦਾ ਡਿਜ਼ਾਈਨ ਉੱਪਰ ਬਣਾ ਲੈਂਦੇ ਆ। ਔਰ ਕੀ ਕਰਦੇ ਆ, ਉਹੀ ਡਿਜ਼ਾਈਨ ਗਿਣ ਗਿਣ ਕੇ ਫਿਰ ਅਸੀਂ ਕੀ ਕਰਦੇ ਆ, ਉਹਨੂੰ ਕੱਪੜੇ ਉੱਪਰ ਉਤਾਰ ਲੈਂਦੇ ਆ, ਯਾਨੀ ਕਿ ਗ੍ਰਾਫ ਪੇਪਰ ਦਾ ਇਸਤੇਮਾਲ ਕਰਦੇ ਹੋਏ ਪੈਟਰਨ ਉਤਾਰਦੇ ਆ ਔਰ ਪੈਟਰਨ ਚ ਡਿਜ਼ਾਈਨ ਲੈਂਦੇ ਆ, ਜਿਓਮੈਟ੍ਰਿਕ ਡਿਜ਼ਾਈਨ, ਔਰ ਅਸੀਂ ਕੀ ਹੈ ਕ੍ਰਾਸ ਸਟਿਚ ਦਾ ਆਪਣਾ ਡਿਜ਼ਾਈਨ ਬਣਾ ਲੈਂਦੇ ਆ। ਉਸ ਤੋਂ ਬਾਅਦ ਨੈਕਸਟ ਸਾਡਾ ਆਂਦਾ what is the combination of V-tier stitch। ਹੁਣ ਕਿਸ ਚੀਜ਼ ਦਾ ਕੰਬੀਨੇਸ਼ਨ ਆ V-tier stitch। V-tier stitch ਤੁਹਾਨੂੰ ਮੈਂ ਦੱਸਿਆ ਸੀਗਾ ਕਿ ਕਿਹੜਾ ਸਟਿਚ ਹੁੰਦਾ ਹੈ ਜਦੋਂ ਆਪਣੇ ਬੇਸਿਕ ਸਟਿਚ ਕਰਵਾਏ ਸੀ ਉਹਦੇ ਵਿੱਚ। ਹੁਣ ਇਹਦਾ ਇਹ ਕਿਸ ਦੇ ਕੰਬੀਨੇਸ਼ਨ ਦੇ ਨਾਲ ਵੀ ਟੀਅਰ ਸਟਿਚ ਬਣਦਾ ਹੈ, ਕਿਹੜੇ ਦੋ ਟਾਂਕਿਆਂ ਦਾ ਸੁਮੇਲ ਹੁੰਦਾ ਕਿ ਵੀ ਟੀਅਰ ਸਟਿਚ ਬਣਦਾ ਹੈ। ਲੇਜ਼ੀ ਡੇਜ਼ੀ ਐਂਡ ਫਲਾਈ ਸਟਿਚ ਹੈ, ਚੇਨ ਐਂਡ ਸਟੈਮ ਸਟਿਚ ਹੈ, ਹੈਰਿੰਗਬੋਨ ਐਂਡ ਫਿਸ਼ਬੋਨ ਸਟਿਚ ਹੈ, ਸਾਟਨ ਐਂਡ ਰਨਿੰਗ ਸਟਿਚ ਹੈ। ਕਿਉਂਕਿ ਤੁਹਾਡੇ ਕੋਲ ਵੀ ਟੀਅਰ ਸਟਿਚ ਦੀ ਪਿਕ ਦਿਖ ਰਹੀ ਹੈ, ਤੁਸੀਂ ਦੇਖ ਰਹੇ ਹੋਣੇ ਸੈਂਟਰ ਚ ਕਿਆ ਬਣ ਰਿਹਾ, ਲੇਜ਼ੀ ਡੇਜ਼ੀ ਹੈ ਨਾ, ਸੈਂਟਰ ਵਿੱਚ ਲੇਜ਼ੀ ਡੇਜ਼ੀ ਦੀ ਲਾਈਨ ਬਣ ਰਹੀ ਹੈ ਔਰ ਸਾਈਡ ਤੇ ਕੀ ਹੈ, ਫਲਾਈ ਸਟਿਚ ਦੀ ਤਰ੍ਹਾਂ ਉਹਦੀਆਂ ਕੀ ਹੈ, ਪੂੰਛਾਂ ਜੀਆਂ ਨਜ਼ਰ ਆ ਰਹੀਆਂ ਹੈ ਨਾ। ਔਰ ਕੀ ਹੈ, ਕਿਉਂਕਿ ਸਟਿਚ ਵੀ ਟੀਅਰ ਸਟਿਚ ਹੈ ਔਰ ਸਟਿਚ ਦੀ ਪਿਕਚਰ ਤੁਹਾਡੇ ਕੋਲ ਸਾਹਮਣੇ ਦਿਖ ਰਹੀ ਹੈ। ਸਾਟਨ ਸਟਿਚ ਇਹਦੇ ਚ ਹੈ ਨਹੀਂ, ਚੇਨ ਸਟਿਚ ਵੀ ਇਹਦੇ ਚ ਹੈ ਨਹੀਂ, ਸਟੈਮ ਸਟਿਚ ਵੀ ਇਹਦੇ ਚ ਹੈ ਨਹੀਂ, ਹੈ ਨਾ। ਯਾਨੀ ਕਿ ਕੀ ਹੈ, ਲੇਜ਼ੀ ਡੇਜ਼ੀ ਨੂੰ ਯੂਜ਼ ਕੀਤਾ ਹੋਇਆ ਅੱਗੇ 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 ਸਿੰਗਲ ਸਿੰਗਲ ਪਾਉਂਦੇ ਹੋਏ ਔਰ ਅੱਗੇ ਉਸ ਤੋਂ ਬਾਅਦ ਕੀ ਕੀਤਾ ਹੋਇਆ, ਉਹਦੇ ਉੱਪਰ ਫਲਾਈ ਸਟਿਚ ਇਸਤੇਮਾਲ ਕੀਤਾ ਹੋਇਆ, ਯਾਨੀ ਕਿ ਫਲਾਈ ਸਟਿਚ ਯੂਜ਼ ਕੀਤਾ ਸਾਈਡਾਂ ਤੇ ਉਹਦੀਆਂ ਪੂੰਛਾਂ ਬਣਾਉਣ ਲਈ। ਹੁਣ ਉਸ ਤੋਂ ਬਾਅਦ ਨੈਕਸਟ ਆਂਦਾ what is the design given below। ਹੁਣ ਜਿਹੜਾ ਤੁਹਾਨੂੰ ਡਿਜ਼ਾਈਨ ਦਿਖ ਰਿਹਾ ਹੈ ਕੀ ਹੈਗਾ, ਨੈਚੁਰਲ ਡਿਜ਼ਾਈਨ ਹੈ, ਜਿਓਮੈਟ੍ਰਿਕ ਡਿਜ਼ਾਈਨ ਹੈ, ਐਬਸਟ੍ਰੈਕਟ ਡਿਜ਼ਾਈਨ ਹੈ ਜਾਂ ਇਲੂਜ਼ਨ ਡਿਜ਼ਾਈਨ ਹੈ। ਨੈਚੁਰਲ ਡਿਜ਼ਾਈਨ ਜਿਹੜੇ ਕੁਦਰਤੀ ਬਣੇ ਹੁੰਦੇ ਆ, ਹੈ ਨਾ, ਕੁਦਰਤੀ ਤੌਰ ਤੇ ਜਿਵੇਂ ਤੋਤੇ, ਚਿੜੀਆਂ, ਫੁੱਲ ਵਗੈਰਾ, ਇਹ ਸਭ ਕੁਝ ਕੀ ਆ ਜਾਂਦੇ ਆ ਸਾਡੇ ਨੈਚੁਰਲ ਡਿਜ਼ਾਈਨ। ਜਿਓਮੈਟ੍ਰਿਕ ਡਿਜ਼ਾਈਨ ਜੋ ਅਸੀਂ ਜਿਓਮੈਟਰੀ ਬਾਕਸ ਦੇ ਸਕੇਲ ਵਗੈਰਾ ਔਰ ਪ੍ਰਕਾਰ ਵਗੈਰਾ ਯੂਜ਼ ਕਰਦੇ ਹੋਏ ਬਣਾਉਂਦੇ ਆ। ਹੁਣ ਇਹ ਦੇਖੋ, ਇਹ ਜਿਹੜਾ ਡਿਜ਼ਾਈਨ ਹੈ ਇਹ ਹੈਗਾ ਇਲੂਜ਼ਨ ਡਿਜ਼ਾਈਨ, ਕਿਉਂਕਿ ਦੇਖੋ ਇਹ ਇਲੂਜ਼ਨ ਅੱਖਾਂ ਨੂੰ ਚੁੰਦਲਾ ਰਿਹਾ ਹੈ ਨਾ, ਸਾਨੂੰ ਲੱਗ ਰਿਹਾ ਇਲੂਜ਼ਨ ਹੋ ਰਿਹਾ ਕਿ ਇਹ ਪਿਕਚਰ ਹਿੱਲ ਰਹੀ ਹੈ, ਜਦਕਿ ਏਦਾਂ ਨਹੀਂ ਹੈਗਾ, ਪਿਕਚਰ ਹਿੱਲ ਨਹੀਂ ਰਹੀ, ਇਹਦੀ ਡਿਜ਼ਾਈਨਿੰਗ ਇਸ ਤਰ੍ਹਾਂ ਦੀ ਹੋਈ ਹੈ ਕਿ ਉਹ ਸਾਨੂੰ ਲੱਗ ਰਿਹਾ ਹੈ ਕਿ ਪਿਕਚਰ ਹਿੱਲ ਰਹੀ ਹੈ ਨਾ। ਯਾਨੀ ਕਿ ਕਿਹੜੇ ਡਿਜ਼ਾਈਨ ਹੁੰਦੇ ਆ ਏਦਾਂ ਦੇ ਡਿਜ਼ਾਈਨ, ਇਲੂਜ਼ਨ ਡਿਜ਼ਾਈਨ। ਹੁਣ ਉਸ ਤੋਂ ਬਾਅਦ ਨੈਕਸਟ ਆਂਦਾ which side is used for tracing the design for velvet cloth। ਹੁਣ velvet clothes ਦੇ ਉੱਪਰ, ਵੈਲਵੇਟ ਕਲੋਥ ਦੇ ਉੱਪਰ ਕਿਸ ਤਰ੍ਹਾਂ ਦੀ ਟ੍ਰੇਸਿੰਗ ਕੀਤੀ ਜਾਂਦੀ ਹੈ, ਵੈਲਵੇਟ ਕਲੋਥ ਤੇ ਕਿਸ ਟਾਈਪ ਦੀ ਟ੍ਰੇਸਿੰਗ ਕੀਤੀ ਜਾਂਦੀ ਹੈ, ਉਹਦੇ ਉੱਪਰ ਕੀਤੀ ਜਾਂਦੀ ਹੈ ਬੈਕ ਸਾਈਡ, ਠੀਕ ਹੈ। ਰਾਈਟ ਸਾਈਡ ਤੇ ਕਰਦੇ ਆ ਆਪਾਂ, ਰੋਂਗ ਸਾਈਡ ਤੇ ਕਰਦੇ ਆ, ਕਾਰਨਰ ਤੇ ਕਰਦੇ ਆ ਕਿ ਬਾਰਡਰ ਤੇ ਕਰਦੇ ਆ। ਹੁਣ ਵੈਲਵੇਟ ਦਾ ਕੱਪੜਾ ਫਰੰਟ ਤੋਂ ਬੂਰਦਾਰ ਹੁੰਦਾ ਹੈ ਨਾ, ਬੁਰਜੀ ਹੁੰਦੀ ਆ, ਉਹਦੇ ਤੇ ਟ੍ਰੇਸ ਕਰਨਾ ਸਹੀ ਨਹੀਂ ਲੱਗਦਾ ਹੈ ਨਾ, ਨਾ ਸਹੀ ਟ੍ਰੇਸ ਹੁੰਦੀ ਹੈ, ਠੀਕ ਹੈ। ਉਹਦੇ ਉੱਪਰ ਟ੍ਰੇਸ ਕਰਾਂਗੇ ਬੂਰ ਕਰਕੇ ਕੀ ਹੈ, ਟ੍ਰੇਸ ਖਰਾਬ ਹੋਏਗੀ। ਤਾਂ ਜਦੋਂ ਵੀ ਅਸੀਂ ਵੈਲਵੇਟ ਨੂੰ ਕਲੋਥ ਨੂੰ ਯੂਜ਼ ਕਰਦੇ ਆ ਟ੍ਰੇਸਿੰਗ ਵਾਸਤੇ ਤਾਂ ਹਮੇਸ਼ਾ ਅਸੀਂ ਉਹਦੀ ਬੈਕ ਸਾਈਡ ਯੂਜ਼ ਕਰਦੇ ਆ, ਠੀਕ ਹੈ, ਉਹਦਾ ਪੁੱਠਾ ਪਾਸਾ ਯੂਜ਼ ਕਰਕੇ ਟ੍ਰੇਸ ਕਰਦੇ ਆ। ਦੇਖੋ ਤੁਹਾਡੇ ਕੋਲ ਵੈਲਵੇਟ ਦੀ ਬੈਕ ਸਾਈਡ ਵੀ ਦਿਖਾਈ ਹੋਈ ਹੈ ਪਿਕਚਰ 'ਚ ਕਿ ਵੈਲਵੇਟ ਦੀ ਬੈਕ ਸਾਈਡ ਬੂਰ ਵਾਲੀ ਨਹੀਂ ਹੁੰਦੀ, ਪਲੇਨ ਹੁੰਦੀ ਹੈ। ਉਹਦੇ ਉੱਪਰ ਅਸੀਂ ਪੈਨਸਲ ਨਾਲ ਜਾਂ ਫਿਰ ਟ੍ਰੇਸ ਪੇਪਰ ਦੇ ਨਾਲ, ਹੈ ਨਾ, ਕਿਸੇ ਵੀ ਤਰੀਕੇ ਦੇ ਨਾਲ ਫ੍ਰੀ ਹੈਂਡ ਡਿਜ਼ਾਈਨ ਦੇ ਨਾਲ ਅਸੀਂ ਬੈਕ ਸਾਈਡ ਤੋਂ ਵੈਲਵੇਟ ਨੂੰ ਹਮੇਸ਼ਾ ਟ੍ਰੇਸ ਕਰਦੇ ਆ। ਉਸ ਤੋਂ ਬਾਅਦ ਨੈਕਸਟ ਆਂਦਾ which effect gives laid effect। ਹੁਣ ਲੇਡ ਕੀ ਹੁੰਦਾ, ਲੇਡ ਇਫੈਕਟ ਕਿਹੜਾ ਕਹਿੰਦੇ ਇਫੈਕਟ ਆਂਦਾ ਲੇਡ ਇਫੈਕਟ ਦੇ ਨਾਲ। ਲੇਡ ਇਫੈਕਟ ਕੀ ਹੁੰਦਾ, ਲੇਡ ਬੱਚੇ ਹੁੰਦੇ ਆ ਟਾਂਕੇ, ਜਦੋਂ ਉਹ ਇੱਕ ਦੂਜੇ ਉੱਪਰ ਕ੍ਰਾਸ ਕਰਦੇ ਆ, ਇੱਕ ਦੂਜੇ ਉੱਪਰ ਲੇਟਾ ਦਿੱਤੇ ਜਾਂਦੇ ਆ, ਲੇਡ
ਛੱਡ ਦਿੱਤੇ ਜਾਂਦੇ ਆ। ਹੁਣ ਦੇਖੋ ਤੁਹਾਡੇ ਕੋਲ ਪਿਕਚਰ ਦਿਖ ਰਹੀ ਹੈ, ਜਿਹੜਾ ਬਰਾਊਨ ਕਲਰ ਦਾ ਥ੍ਰੈਡ ਹੈ ਜਿਹੜਾ ਤੁਹਾਡੇ ਕੋਲ ਦਿਖ ਰਿਹਾ ਹੈ ਉਹ ਕੀ ਹੈ, ਉਹ ਲੇਡ ਹੈ, ਇੱਕ ਦੂਜੇ ਉੱਪਰ ਰੱਖੇ ਹੋਏ ਆ धागे, इधर नु भी हॉरिजॉन्टल भी और वर्टिकल भी है ना, क्रॉस किते होए आ, यानी कि वो केड़ा इफेक्ट दे रहा है, नेट, क्रॉस, राउंड या शेड। ਹੁਣ ਲੇਡ ਸਟਿਚ ਆਪਾਂ ਨੂੰ ਹਮੇਸ਼ਾ ਜਦੋਂ ਵੀ ਅਸੀਂ ਉਹਦਾ ਇਫੈਕਟ ਦੇਖਦੇ ਆ ਨਾ, ਲੇਡ ਦਾ ਇਫੈਕਟ ਨੈਟ ਦੀ ਤਰ੍ਹਾਂ ਆਉਂਦਾ, ਕਿਉਂਕਿ ਛੋਟੀਆਂ 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 ਡੱਬੀਆਂ ਬਣ ਜਾਂਦੀਆਂ ਨੇ, ਔਰ ਛੋਟੀਆਂ ਛੋਟੀਆਂ ਡੱਬੀਆਂ ਸਾਨੂੰ ਕੀ ਇਫੈਕਟ ਦਿੰਦੀਆਂ ਨੇ, ਨੈਟ ਦਾ ਇਫੈਕਟ ਦਿੰਦੀਆਂ ਨੇ। ਠੀਕ ਹੈ, ਇਹਦੇ ਉੱਪਰ ਅਸੀਂ ਉਹ ਨਾ ਲੇਡ ਸਟਿਚ ਨੂੰ कवर करन लई असी क्रॉस स्टिच पा सकते हैं, कच्चा टांका पा सकते हैं, ये लेजी डेजी पा सकते हैं, मतलब कि उस नैट इफेक्ट नू असी किसी भी तरह नाल फिनिश कर सकते हैं, है ना, कच्चे टांके ना फिनिश कर सकते हैं, लेजी डेजी ना सर्कल्स बनाते हुए फिनिश कर सकते हैं। मतलब कि असी लेड जेड़े स्टिचेस है उन्हां नू नैट उन्हां दी लुक नैट दी तरह हुंदी है, और डेकोरेशन उन्हां नू किसी भी तरीके नाल कीती जा सकती है। नेक्स्ट आंदा व्हाट इज मिंट बाय फ्रीजिंग पेपर। हुन फ्रीजिंग पेपर की है बच्चे, तुहानू जदों एप्लिक वर्क करवाया सी ओदे विच मैं तुहानू फ्रीजिंग पेपर बारे दस्सिया सीगा कि फ्रीजिंग पेपर की है, ट्रेसिंग पेपर है, कार्बन पेपर है, ड्राइंग शीट है या वैक्स कोटेड है। हुन ना तो फ्रीजिंग पेपर एक ट्रेसिंग पेपर है, क्योंकि ट्रेसिंग पेपर की हुंदा पतला हुंदा है ना, ट्रेसिंग पेपर हमेशा पतला होएगा, ओदी ज्यादातर किहदे लई इस्तेमाल हुंदा, ट्रेस करन वास्ते। कार्बन पेपर नाल असीं की करदे आ, किसी भी कार्बन पेपर नू विछा के दो तहां दे विच कार्बन पेपर रख के असीं उपरला इफेक्ट निचले पेपर ते लेके आउंदे आ, है ना। कार्बन पेपर इसलिए यूज हुंदा। ड्राइंग शीट साडे ड्राइंग करन दे काम आंदी है। हुण फ्रीजिंग पेपर की है, फ्रीजिंग पेपर साडा वैक्स कोटेड एक शीट हुंदी है जिहदे उपर वैक्स लगी हुंदी है, और इनू असी एप्लिक वर्क दे विच यूज करदे आ। ठीक है, जदों असी एप्लिक वर्क दे पैचेस बनाउंदे आ तां फ्रीज पेपर नू यूज करदे आ, वैक्स कोटेड हुंदी है ये। ओदे नाल की हुंदा है, जदों आपां ओदे किनारे अंदर नू मोड़दे आ ना, मैं तुहानू इहदा मैथड भी दस्सिया सीगा कि फ्रीजिंग पेपर विच रखदे होए हार्ट दी शेप सीगी, साइडां तो इदां कट्टी होई सीगी, और ओनू ओदे उपर वैक्स दे उपर प्रैस कीता सी ते ओ अकड़ गए सी। ठीक है, कॉर्नर मुड़ गए सी, अकड़ गए सी, जिहदे नाल की है एप्लिक दी फिनिशिंग आ गई सी। तां फ्रीजिंग पेपर नू अगर ये भी क्वेश्चन आ सकदा कि फ्रीजिंग पेपर नू कित्थे इस्तेमाल किया जाता है, फ्रीजिंग पेपर नू एप्लिक वर्क लई इस्तेमाल किया जाता है, और इहदी वैक्स कोटेड हुंदी है। इहदे विचों दो क्वेश्चन बन गए सीधे। उस तो बाद नेक्स्ट आंदा है विच स्टिच इज यूज्ड फॉर पैच एप्लिक। हुण पैच एप्लिक लई किहड़ा स्टिच यूज हुंदा है, चेन स्टिच, स्लिप स्टिच, कॉर्डिंग या स्टेम स्टिच। पैच एप्लिक की है, पैच एप्लिक जेड़ा हुंदा है वो बच्चे पहला ही तैयार किया हुंदा है ना, ओदी सारा पैचिंग पहला ही तैयार की जाती है, बस वो पैच तैयार होया जेड़े है एप्लिक वर्क वास्ते ज्यादा इस्तेमाल हुंदे ने। उस तो बाद नेक्स्ट अपना आ रहा है which एप्लिक gets embossed effect and glittering appearance। ठीक है, हुन केदा embossed इफेक्ट हुंदा एप्लिक दा, और ग्लिटरिंग हुंदा चमचमांदा इफेक्ट, है ना। केदा आ रहा है इफेक्ट है हो जा, काटन, पैच, सीक्वेंस या स्टेन्ड ग्लास। हुन साटन स्टिच जेड़ा आ ओदा ग्लिटरिंग इफेक्ट नहीं हुंदा, ग्लिटरिंग यानी कि चमचमांदा इफेक्ट सीक्वेंस दा हुंदा हमेशा, क्योंकि सितारे जेड़े हुंदे आ ओ चमचमांदे है ना हमेशा। और एप्लिक वर्क विच जदों ग्लिटरिंग इफेक्ट देना हुंदा है तां असी सीक्वेंस यानी कि सितारे यूज करदे आ। स्टेन्ड ग्लास तानू मैं अपने एप्लिक वाले चैप्टर दे विच करवाया सी कि स्टेन्ड ग्लास की हुंदा है। स्टेन्ड ग्लास एप्लिक हुंदा है जेदे उपर ग्लासी इफेक्ट आउंदा है, यानी कि जिवें आपां ग्लास दे उपर इंबॉसिंग करदे होए पेंटिंग बनाउंदे आ ना,
सेम उसे तरह दे पैटर्न चुकते हुए जदों आपां एप्लिक बना लैंदे आ ਉਹ ਸਾਡੇ ਹੁੰਦੇ ਆ ਸਟੇਨਡ ਗਲਾਸ ਐਪਲਿਕ, यानी कि सेम ग्लासी लुक ਦਿੰਦੇ ਹੋਏ, ग्लासी पैटर्न ਦੀ ਸ਼ੇਪ ਦਿੰਦੇ ਹੋਏ ਅਸੀਂ ਕੀ ਹੈ ਐਪਲਿਕ ਕਰਦੇ ਆ। बट जदों ਅਸੀਂ embossed मीन ज्यादा उभरिया होया और ग्लिटरी अपीयरेंस ਦਿੰਦੇ ਆ, यानी कि चमचपान ਦੀ अपीयरेंस देना चाहते हैं तो ਅਸੀਂ ਕੀ ਕਰਦੇ ਆ सीक्वेंस सितारियां ਨੂੰ यूज करते हैं। ठीक है, सीक्वेंस मीन सितारे। ਉਸ ਤੋਂ ਬਾਅਦ ਨੈਕਸਟ ਆਂਦਾ which machine is used in industries for production work। ਹੁਣ ਪ੍ਰੋਡਕਸ਼ਨ ਵਰਕ ਲਈ ਇੰਡਸਟਰੀ ਵਿੱਚ ਕਿਹੜੀ ਮਸ਼ੀਨਰੀ ਜ਼ਿਆਦਾ ਯੂਜ਼ ਹੁੰਦੀ ਹੈ? ਕੰਪਿਊਟਰਾਈਜ਼ਡ ਐਮਬਰਾਇਡਰੀ ਮਸ਼ੀਨ, ਡੋਮੈਸਟਿਕ ਮਾਡਲ, ਜ਼ਿਗਜ਼ੈਗ ਐਮਬਰਾਇਡਰੀ ਮਸ਼ੀਨ ਜਾਂ ਮਲਟੀ ਹੈਡ ਕੰਪਿਊਟਰਾਈਜ਼ਡ ਮਸ਼ੀਨ। ਹੁਣ ਕੰਪਿਊਟਰਾਈਜ਼ਡ ਐਮਬਰਾਇਡਰੀ ਮਸ਼ੀਨ ਜਿਹੜੀ ਆ ਉਹ ਨਾਰਮਲੀ ਯੂਜ਼ ਹੋ ਜਾਂਦੀ ਹੈ ਨਾ, ਕਿਉਂਕਿ ਉਹਨਾਂ ਨੂੰ ਛੋਟੇ ਮੋਟੇ ਜੋ ਬਿਜ਼ਨਸ ਚੱਲਦੇ ਨੇ ਉਹਨਾਂ ਵਿੱਚ ਇਸਤੇਮਾਲ ਕੀਤਾ ਜਾ ਸਕਦਾ। ਡੋਮੈਸਟਿਕ ਮਾਡਲ ਆਪਾਂ ਘਰਾਂ ਵਿੱਚ ਯੂਜ਼ ਕਰਦੇ ਆ, ਜਿਨ੍ਹਾਂ ਨੂੰ ਡੋਮੈਸਟਿਕ ਮਾਡਲ ਬੋਲਦੇ ਆ। zigzag एम्ब्रॉयडरी मशीन जो मशीन zigzagging कर रही है। पर जदों आपां लार्ज लैवल ते इंडस्ट्रीज दी गल करदे आ, प्रोडक्शन वर्क जिथे ज्यादा प्रोडक्शन वर्क निकल के आ रहा है उत्थे मल्टी हैड कंप्यूटराइज्ड मशीन का इस्तेमाल हुंदा। मल्टी हैड का मतलब काफी सारे हैड्स लगे हुंदे है और इको टाइम ते सब हैड्स दे ऊपर सैटिंग करते हुए और एक टाइम ते काफी सारे कपड़े कढ़ाई किते जा सकते हैं, है ना, उत्थे यूज हुंदा मल्टी हैड कंप्यूटराइज्ड मशीन्स। उस तो बाद नेक्स्ट साडा आंदा व्हाट आर द कूल कलर्स। हुन कूल कलर्स की है? ब्लू, ग्रीन, पर्पल, ऑरेंज, येलो, वाइट, वाइट, ब्लैक, रेड या ग्रीन, पिंक, येलो। हुन केड़े हुंदे है कूल कलर? मैं जदों तुहानू चैप्टर करवाया कलर और कलर्स दा ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕੂਲ ਕਲਰ ਕਿਹੜੇ ਆ, ਬਲੂ, ਗ੍ਰੀਨ ਔਰ ਪਰਪਲ। ਇਹ ਜਿਹੜੇ ਆ ਤੁਹਾਡੇ ਕੂਲ ਕਲਰਸ ਆ, ਠੰਡਾ ਪ੍ਰਭਾਵ ਦਿੰਦੇ ਆ ਕਿਉਂਕਿ ਇਹਨਾਂ ਦੇ ਨਾਲ ਕੀ ਹੈ ਸ਼ੀਤਲਤਾ ਮਿਲਦੀ ਅੱਖਾਂ ਨੂੰ। ਭੜਕੀਲੇ ਕਲਰਸ ਨਹੀਂ ਹੁੰਦੇ ਇਹ, ठीक है, कूल कलर्स हुंदे ने जेड़े तो अपने यहाँ 3 कलर है ना, पर्पल, ग्रीन और ब्लू, तुहाडे को पिक्चर भी दिख रही है, हमेशा इसनू दिमाग च रखना कि ये साडे केड़े कलर्स आ, ये साडे कूल कलर्स आ। उस तो बाद नेक्स्ट आंदे है व्हाट आर द वार्म कलर्स। हुन गरम कलर केड़े? गरम कलर हुंदे आ जो अखां नू भड़कना पैदा करते हैं, है ना, भड़कांदे अखां नू थोड़ी एक टाइम दा अखां एकदम चकन्नियां जिहियां हो जांदियां, है ना, यानी कि वार्म कलर्स। हुन केड़े है साडे वार्म कलर्स? ब्लू, ग्रीन, पर्पल है या रेड, ऑरेंज, येलो है, वाइट, ब्लैक, रेड है या ग्रीन, पिंक, येलो है। हुन क्योंकि वार्म कलर आ, वार्म कलर गरम कलर, रेड, ऑरेंज और येलो, ये जेडे 3 कलर है ये वार्म कलर है। ठीक है, गरम कलर इन्हां नू बोलदे आ क्योंकि गर्मियां नू आपां इन्हां कलर्स नू घट पाउंदे आ। कादे लई? क्योंकि ये बहुत जल्दी अखां नू खिचदे आ, है ना, एक खिच प्रदान करदे आ। ठीक है, गरम कलर बोलदे आ इन्हां नू। ਹੁਣ ਨੈਕਸਟ ਆਂਦਾ ਆਪਣੇ ਕੋਲ ਹਾਊ ਮੈਨੀ ਕਲਰਸ ਇਨ ਕਲਰ ਵੀਲ। ਹੁਣ ਕਲਰ ਵੀਲ ਦੇ ਵਿੱਚ ਕਿੰਨੇ ਕਲਰਸ ਹੁੰਦੇ ਆ, ਕਿਉਂਕਿ ਇਦਾਂ ਦੇ ਕੁਐਸਚਨ ਪੇਪਰਸ ਵਿੱਚ ਬਹੁਤ ਆ ਜਾਂਦੇ ਆ। ਕਲਰ ਵੀਲ ਦੇ ਵਿੱਚ 12 ਕਲਰਸ ਹੁੰਦੇ ਆ, ਠੀਕ ਹੈ, 12 ਕਲਰ ਹੁੰਦੇ ਆ। ਮਿਕਸਚਰ ਹੁੰਦਾ ਹੈ ਪ੍ਰਾਇਮਰੀ ਕਲਰ, ਸੈਕੰਡਰੀ ਕਲਰ ਔਰ ਟਰਸ਼ਰੀ ਕਲਰ ਦਾ। ਤਿੰਨਾਂ ਦਾ ਮਿਕਸਚਰ ਇੱਕ ਕਲਰ ਵੀਲ ਦੇ ਉੱਪਰ ਸਾਨੂੰ ਦੇਖਣ ਨੂੰ ਮਿਲ ਜਾਂਦਾ ਹੈ। ਔਰ ਕਲਰ ਵੀਲ ਦੇ ਉੱਪਰ ਕਿੰਨੇ ਕਲਰ ਹੁੰਦੇ ਆ? 12 ਕਲਰ। ਉਸ ਤੋਂ ਬਾਅਦ ਨੈਕਸਟ ਆਂਦਾ व्हाट आर द प्राइमरी कलर। ਹੁਣ ਸਾਡੇ ਪ੍ਰਾਇਮਰੀ ਕਲਰ ਕਿਹੜੇ ਆ? ਪ੍ਰਾਇਮਰੀ ਕਲਰ ਸਾਡੇ 3 ਹੈ। ਕਿਹੜੇ ਕਿਹੜੇ? ਬਲੂ, ਰੈਡ ਔਰ ਯੈਲੋ। ਠੀਕ ਹੈ, ਰੈਡ, ਬਲੂ, ਯੈਲੋ, ਇਹ ਜਿਹੜੇ 3 ਕਲਰ ਹੈ ਇਹ ਸਾਡੇ ਪ੍ਰਾਇਮਰੀ ਕਲਰਸ ਆ। ਕਿਉਂਕਿ ਪ੍ਰਾਇਮਰੀ ਕਲਰ ਉਹ ਹੈ ਜਿਹੜੇ ਕਿਸੇ ਨੂੰ ਰਲਾਉਣ ਤੇ ਨਹੀਂ ਬਣਦੇ, ਆਪਣੇ ਆਪ ਚ ਇੱਕ ਕਲਰ ਹੁੰਦੇ ਆ। ਠੀਕ ਹੈ, ਔਰ ਇਹਨਾਂ 3 ਕਲਰਸ ਨੂੰ ਰਲਾ ਕੇ ਆਪਾਂ ਸੈਕੰਡਰੀ ਕਲਰ ਬਣਾ ਸਕਦੇ ਆ, ਹੈ ਨਾ। ਜਦੋਂ ਆਪਾਂ ਪ੍ਰਾਇਮਰੀ ਕਲਰਸ ਮਿਲਾਉਂਦੇ ਆ ਤਾਂ ਕੀ ਬਣਾ ਦਿੰਦੇ ਆ? ਸੈਕੰਡਰੀ ਕਲਰ, ਹੈ ਨਾ, ਸੈਕੰਡਰੀ ਕਲਰ ਨਿਕਲ ਆਂਦਾ ਹੈ। ਤਾਂ ਸਾਡੇ ਰੈਡ, ਬਲੂ, ਯੈਲੋ ਜਿਹੜੇ ਆ ਇਹ 3 ਕਲਰ ਹਮੇਸ਼ਾ ਸਾਡੇ ਕਿਆ ਰਹਿੰਦੇ ਆ? ਪ੍ਰਾਇਮਰੀ ਕਲਰਸ। ਉਸ ਤੋਂ ਬਾਅਦ ਨੈਕਸਟ ਹੈਗੇ ਆ व्हाट इज द मीनिंग ऑफ मोनोक्रोम। ਹੁਣ मोनोक्रोम ਦਾ ਕੀ ਮਤਲਬ ਆ? मोनोक्रोम ਦਾ ਮਤਲਬ ਕੀ ਹੈ? 1 ਕਲਰ, 2 ਕਲਰ, 3 ਕਲਰ, ਕੰਟਰਾਸਟ ਕਲਰ। मोनोक्रोम ਦਾ मतलब ਹੁੰਦਾ ਇੱਕ ਕਲਰ। ठीक है, एक कलर तुहाडे को पिक्चर दिखाई है, एक कलर है और एक कलर दे जदों असी शेड्स लैंदे आ,
कलर एक ही लेना है, चाहे ਉਹਦੇ ਲਾਈਟ ਸ਼ੇਡ ਲੈ ਲਈਏ ਚਾਹੇ ਉਹਦੇ ਡਾਰਕ ਸ਼ੇਡ ਲੈ ਲਈਏ, ਹੈ ਨਾ। ਕਲਰ ਇੱਕ ਲੈਂਦੇ ਹੋਏ ਜਦੋਂ ਅਸੀਂ ਉਸੇ ਕਲਰ ਦੇ ਸਾਰੇ ਸ਼ੇਡ ਲੈਂਦੇ ਆ, ਯਾਨੀ ਕਿ ਇੱਕ ਕਲਰ ਹੈ ਮੋਨੋਕ੍ਰੋਮੈਟਿਕ, ਇੱਕ ਕਲਰ ਸਕੀਮ ਔਰ ਉਸੇ ਦੇ ਸ਼ੇਡਸ, ਨਾ ਤਾਂ ਇਹ ਕੰਟਰਾਸਟ ਹੁੰਦੇ ਆ, ਨਾ ਇਹ ਦੋ ਕਲਰ ਨਾਲ ਬਣਦੇ ਆ, ਨਾ ਇਹ ਤਿੰਨ ਕਲਰ ਨਾਲ ਬਣਦੇ ਆ। ਇਹਦੇ ਇੱਕ ਕਲਰ ਦੇ ਸ਼ੇਡਸ ਹੁੰਦੇ ਆ, ਠੀਕ ਹੈ, ਮੋਨੋਕ੍ਰੋਮ ਦੇ। ਔਰ ਇਹ ਜਿਹੜਾ ਤੁਹਾਨੂੰ ਕਲਰ ਵੀਲ ਦੇ ਵਿੱਚ ਮੈਂ ਚੰਗੀ ਤਰ੍ਹਾਂ ਉਦੋਂ ਵੀ ਸਮਝਾਇਆ ਸੀ, ਹੁਣ ਫੇਰ ਸਮਝਾ ਰਹੀ ਹਾਂ ਕਿ ਮੋਨੋਕ੍ਰੋਮੈਟਿਕ ਇੱਕ ਕਲਰ ਦੀ ਸਕੀਮ ਚੁੱਕਣਾ, ठीक है। एक चाहे रेड दी स्कीम चुक लो, चाहे ब्लू दी स्कीम चुक लो, चाहे पर्पल दी स्कीम चुक लो, है ना, ऑरेंज दी चुक लो, मतलब कि कलर की चूज करना, हमें कलर एक ही चूज करना। उस तो बाद नेक्स्ट है व्हाट आर द सेकेंडरी कलर्स। हुन सेकेंडरी कलर्स की है गया, ਸੈਕੰਡਰੀ ਕਲਰ ਹੁੰਦੇ ਆ ਜੋ ਪ੍ਰਾਇਮਰੀ ਕਲਰਸ ਨੂੰ ਬਣਾਉਣ ਤੇ ਬਣਦੇ ਆ, ਠੀਕ ਹੈ। ਪ੍ਰਾਇਮਰੀ ਕਲਰ ਰੈਡ, ਯੈਲੋ, ਬਲੂ, ਹੈ ਨਾ, ਸਾਡੇ ਪ੍ਰਾਇਮਰੀ ਕਲਰਸ। ਹੁਣ ਇਹਨਾਂ ਨੂੰ ਜਦੋਂ ਅਸੀਂ ਆਪਸ ਚ ਮਿਲਾਉਂਦੇ ਆ ਤਾਂ ਤਿੰਨ ਕਲਰ ਹੀ ਬਣਦੇ ਆ, ਕਿਹੜੇ? ऑरेंज, ग्रीन और पर्पल। वो साडे क्या हुंदे आ? वो साडे हुंदे आ सेकेंडरी कलर्स, है ना। रेड, ब्लू, येलो, एक ही है साडा प्राइमरी कलर। वाइट, ब्लैक, रेड, ग्रीन, पिंक, येलो, ठीक है। ये नहीं है साडे सेकेंडरी कलर। सेकेंडरी कलर जेड़े प्राइमरी कलर्स नू मिला के बने हो सारे सेकेंडरी कलर आ। और ये तीन कलर याद रख लो, ऑरेंज, ग्रीन और पर्पल जेड़ा आ वो साडा सेकेंडरी कलर्स है। उस तो बाद नेक्स्ट आंदे आ हाउ मैनी टाइप्स ऑफ लाइंस आर बेसिकली। लाइंस किन्ने तरह दियां हुंदियां ने? 4, 9, 6 या 5। हुन लाइंस अपनियां 4 तरह दियां हुंदियां ने, ठीक है। किन्ने तरह दियां लाइंस है? 4 तरह दियां। हॉरिजॉन्टल, हॉरिजॉन्टल मतलब लेटवियां। वर्टिकल, खड़ियां, ठीक है। परपेंडिकुलर, परपेंडिकुलर हुंदियां जेड़ियां एक एल शेप बना रही हैं, परपेंडिकुलर, ठीक है। और पैरेलल, पैरेलल हुंदियां जो दो लाइन एक दूजे दे ऑपोजिट खड़ियां ने। ये जेड़ियां 4 लाइंस ने जेड़ियां कि बेसिकली हुंदियां ने। और असी जदों भी कोई ऐदा दा क्वेश्चन आवे तो लाइंस हमेशा 4 तरीके नाल डिस्क्राइब करनियां। और तुहानू नाम भी पता होने चाहिए, क्योंकि पूछ लेंदे आ कि अगर काउंटिंग नहीं पूछ रहे तो लाइन पूछ सकते हैं कि इन्हां विचों केड़ी लाइन है बेसिकली, है ना, टाइप है लाइन दी। हॉरिजॉन्टल, वर्टिकुलर, परपेंडिकुलर, पैरेलल, इन्हां विचों भी क्वेश्चन आ सकता है, ठीक है। और तुसी इनू नाम तो याद रखने काउंटिंग भी याद रखनी है कि अपनी 4 तरह दी लाइंस है और ये वाली लाइंस है। उस तो बाद नेक्स्ट आंदे है व्हाट टाइप ऑफ शेप कंटेन द इक्वल लेंथ ऑफ 4 साइड्स। हुन केड़ी शेप हुंदी है जेदी चारे साइड दी लेंथ इक्को जियां हुंदियां ने? स्क्वायर है, रेक्टेंगल है, ट्रायंगल है कि सर्कल है? हुन सर्कल है, गोल है, ओदी कोई लाइन ही नहीं है, ठीक है, राउंड है बिल्कुल। ट्रायंगल 3 लाइना, ठीक है, यानी कि 4 लाइना तो आईया नहीं, क्योंकि वो 4 लाइंस पूछ रहे ने, 4 लेंथ इक्वल साइज, है ना। रेक्टेंगल, रेक्टेंगल हमेशा की हुंदी है ओदियां 2 लाइंस वड्डियां हुंदियां ने, 2 लाइंस छोटियां हुंदियां ने। तो जेड़ा स्क्वायर है ओदियां चारे साइडां इक्को बराबर हुंदियां ने, ठीक है। चारे लाइंस दी साइजिंग एक बराबर हुंदी है, जिन्हों असी बोलते हैं इक्वल लेंथ ऑफ 4 साइड्स, यानी कि स्क्वायर हुंदे है जिन्हां दियां इक्वल लेंथ ऑफ 4 साइड्स हुंदियां। उस तो बाद है व्हाट इज द बेसिक काइंड ऑफ ड्रॉन थ्रेड वर्क। हुन बेसिक काइंड की है ड्रॉन थ्रेड वर्क दा, है ना। वो की हैगा? हैम स्टिच, चेन स्टिच, साटन स्टिच या फ्लाई स्टिच। क्योंकि हुन असी ड्रॉन थ्रेड वर्क कर रहे हैं। ड्रॉन थ्रेड वर्क दा ਜਿਹੜਾ ਮੈਂ ਚੈਪਟਰ ਕਰਵਾਇਆ ਸੀ ਉਹਦੇ ਚ ਤੁਹਾਨੂੰ ਦੱਸਿਆ ਸੀ ਬੇਸਿਕਲੀ ਆਪਾਂ ਇਹਦੇ ਤੇ ਕੀ ਯੂਜ਼ ਕਰਦੇ ਆ? ਹੈਮ ਸਟਿਚ, ਉਲੇੜੀ, ਜਿਹੜੇ ਆ ਅਸੀਂ ਧਾਗੇ ਖਿੱਚ ਦਿੰਦੇ ਆ, ਜਿਹੜੇ ਧਾਗੇ ਬਚ ਜਾਂਦੇ, ਜਿਵੇਂ ਇੱਕ ਲਾਈਨ ਦੇ ਅਸੀਂ ਵਰਟੀਕਲੀ ਅਗਰ ਹੌਰੀਜ਼ੌਂਟਲੀ ਧਾਗੇ ਕੱਢ ਦਿੱਤੇ, ਵਰਟੀਕਲ ਸਾਡੇ ਕੋਲ ਪਏ ਰਹਿ ਗਏ, ਤਾਂ ਅਸੀਂ ਉਹਨਾਂ ਧਾਗਿਆਂ ਨੂੰ ਕੀ ਕਰਦੇ ਆ? ਹੈਮ ਸਟਿਚ ਨਾਲ ਹਮੇਸ਼ਾ ਬਣਦੇ ਆ, ठीक है। तो असी बेसिकली केड़ा काइंड यूज करते हैं ड्रॉन थ्रेड दे विच? हैम स्टिच। ना तो चेन स्टिच आपां उदों यूज करते हैं जदों असी की करते हैं धागियां नूं अंदरों दियों बन्नदे आ, ओदे विच वेरिएशंस बनाउंदे आ। हाँ, जेड़ा ड्रॉन थ्रेड वर्क है ओदे सेंटर विच वेरिएशंस बनाउण वास्ते असी की है? चेन स्टिच दा इस्तेमाल करते हैं। साटन स्टिच उदों इस्तेमाल करते हैं जदों असी
ਡਰਾਨ ਥ੍ਰੈਡ ਵਰਕ ਦੇ ਵਿੱਚ ਉਹਦੇ ਕਾਰਨਰ ਨੂੰ ਪੱਕਾ ਕਰ ਰਹੇ ਹਾਂ, ਕਿਉਂਕਿ ਇਹ ਤੁਹਾਡੇ ਛੋਟੇ ਛੋਟੇ ਕੁਐਸਚਨਸ ਨੌਲੇਜ ਵਾਲੇ ਕੁਐਸਚਨਸ ਆ ਔਰ ਤੁਹਾਨੂੰ ਆ ਸਕਦੇ ਨੇ। ਇਹਦੇ ਵਿੱਚ ਹੁਣ 3-4 ਕੁਐਸਚਨ ਇਕੱਠੇ ਨਿਕਲਦੇ ਨੇ। ਜਿਵੇਂ ਹੁਣ ਸਾਟਨ ਸਟਿਚ ਕਦੋਂ ਪ੍ਰਯੋਗ ਕਰਨਾ ਡਰਾਨ ਥ੍ਰੈਡ ਦੇ ਵਰਕ ਵਿੱਚ, ਜਦੋਂ ਅਸੀਂ ਉਹਦੇ ਕਿਨਾਰਿਆਂ ਨੂੰ ਪੱਕਾ ਕਰਨਾ ਹੈ, ਉਦੋਂ ਅਸੀਂ ਕੀ ਕਰਨਾ ਹੈ, ਸਾਟਨ ਸਟਿਚ। ਪਰ ਜਦੋਂ ਅਸੀਂ ਬੇਸਿਕ ਕੰਮ ਕਰ ਰਹੇ ਹਾਂ ਡਰਾਨ ਥ੍ਰੈਡ ਦਾ, ਤਾਂ ਅਸੀਂ ਹੈਮ ਸਟਿਚ ਯਾਨੀ ਕਿ ਉਲੇੜੀ ਕਰਦੇ ਹੋਏ ਕੀ ਹੈ, ਉਹਦੇ ਜਿਹੜੇ ਕਿਨਾਰੇ ਆ ਉਹਨਾਂ ਨੂੰ ਫਿਨਿਸ਼ ਕਰਦੇ ਆ। ਉਸ ਤੋਂ ਬਾਅਦ ਨੈਕਸਟ ਆਂਦਾ what is the main stitch used for ACC work। ਹੁਣ ACC ਵਰਕ ਕਰਨ ਲਈ ਕਿਹੜਾ ਮੇਨ ਸਟਿਚ ਯੂਜ਼ ਹੁੰਦਾ ਹੈ ਜਦੋਂ ਅਸੀਂ ACC ਵਰਕ ਕਰਦੇ ਆ? ਚੇਨ ਸਟਿਚ, ਸਾਟਨ ਸਟਿਚ, ਫਲਾਈ ਸਟਿਚ ਜਾਂ ਕ੍ਰਾਸ ਸਟਿਚ, ਕਿਹੜਾ ਕਰ ਰਹੇ ਆ ਅਸੀਂ ਜਦੋਂ ਅਸੀਂ ACC ਵਰਕ ਕਰ ਰਹੇ ਆ? ACC ਵਰਕ ਵਿੱਚ ਬੇਸਿਕਲੀ ਜਿਹੜਾ ਸਟਿਚ ਯੂਜ਼ ਹੁੰਦਾ ਕ੍ਰਾਸ ਸਟਿਚ, ਕਿਉਂਕਿ ਕਾਂਟੀ ਕਾਂਟੀ ਵਾਲੀ ਕਢਾਈ ਹੈ ACC। ACC ਵਿੱਚ ਕੀ ਹੁੰਦਾ ਹੈ, ਇਹਦੇ ਵਿੱਚ ਇੱਕ ਕੁਐਸਚਨ ਹੋਰ ਆਂਦਾ ਕਿ ਇਹਦੀ ਫਿਲਿੰਗ ਕਿੱਦਾਂ ਹੁੰਦੀ ਹੈ। ਇਹਦੇ ਵਿੱਚ ਜੋ ਪੈਟਰਨ ਹੁੰਦਾ ਹੈ ਉਹ ਖਾਲੀ ਰਹਿੰਦਾ ਹੈ, ਜੋ ਮੇਨ ਡਿਜ਼ਾਈਨ ਹੁੰਦਾ ਉਹ ਖਾਲੀ ਰਹਿੰਦਾ, ਉਹਦੀ ਬੈਕਗ੍ਰਾਉਂਡ ਸਾਰੀ ਭਰੀ ਜਾਂਦੀ ਹੈ। ਠੀਕ ਹੈ, ਬੈਕਗ੍ਰਾਉਂਡ ਸਾਰੀ ਕ੍ਰਾਸ ਸਟਿਚ ਦੇ ਨਾਲ ਭਰੀ ਜਾਂਦੀ ਹੈ। ਦੋ ਸਟਿਚ ਯੂਜ਼ ਹੁੰਦੇ ਨੇ, ਬੇਸਿਕਲੀ ਕ੍ਰਾਸ ਸਟਿਚ ਯੂਜ਼ ਹੁੰਦਾ ਹੈ, ਜਿਹੜਾ ਸੈਕੰਡ ਸਟਿਚ ਯੂਜ਼ ਹੁੰਦਾ ਉਹ ਹੌਲਬਿਨ ਸਟਿਚ ਯੂਜ਼ ਹੁੰਦਾ ਹੈ। ਠੀਕ ਹੈ, ਦੋ ਸਟਿਚ ਦੇ ਨਾਲ ACC ਵਰਕ ਤਿਆਰ ਹੁੰਦਾ ਹੈ। ਬੇਸਿਕਲੀ ਅਗਰ ਤੁਹਾਡੇ ਕੋਲ ਸਟਿਚ ਪੁੱਛਣਗੇ ਕਿ ਮੇਨ ਸਟਿਚ ਕਿਹੜਾ ਯੂਜ਼ ਹੁੰਦਾ ਹੈ, ਮੇਨ ਸਟਿਚ ਕ੍ਰਾਸ ਸਟਿਚ। ਔਰ ਉਹਦੀ ਆਊਟਲਾਈਨਿੰਗ ਫਿਨਿਸ਼ ਕਰਨ ਲਈ ਕਿਹੜਾ ਸਟਿਚ ਯੂਜ਼ ਹੁੰਦਾ ਹੈ, ਉਹ ਯੂਜ਼ ਹੁੰਦਾ ਹੈ ਹੋਲਬਿਨ ਸਟਿਚ। ਇਹ ਦੋ ਕੁਐਸਚਨਸ ਇਹਦੇ ਵਿੱਚੋਂ ਨਿਕਲ ਰਹੇ ਨੇ ਔਰ ਇਹ ਦੋਨੋਂ ਤੁਹਾਨੂੰ ਪਤਾ ਹੋਣੇ ਚਾਹੀਦੇ। ਨੈਕਸਟ ਤੁਹਾਡਾ ਆ ਰਿਹਾ what is to be considered while choosing the design in cut work। ਹੁਣ ਜਦੋਂ ਅਸੀਂ ਕੋਈ ਡਿਜ਼ਾਈਨ ਕਟ ਵਰਕ ਲਈ ਚੂਜ਼ ਕਰਦੇ ਹਾਂ, ਅਸੀਂ ਕੀ ਧਿਆਨ ਚ ਰੱਖਦੇ ਹਾਂ, ਹੈ ਨਾ, ਕੀ ਗੱਲ ਦਾ ਧਿਆਨ ਰੱਖਦੇ ਹਾਂ ਕਿ ਜਦੋਂ ਅਸੀਂ ਕਟ ਵਰਕ ਦਾ ਡਿਜ਼ਾਈਨ ਚੂਜ਼ ਕਰਨਾ ਹੈ? ਟੂ ਬੀ ਐਮਬ੍ਰਾਇਡਰ, ਉਹ ਕਢਾਈ ਹੋ ਸਕਦਾ ਹੋਵੇ, ਟੂ ਬੀ ਡਰਾਇੰਗ, ਉਹਦੀ ਡਰਾਇੰਗ ਹੋ ਸਕਦੀ ਹੋਵੇ, ਜਾਂ ਟੂ ਬੀ ਸਟਿਚ, ਉਹ ਸਿਲਾਈ ਹੋ ਸਕਦਾ ਹੋਵੇ। ਤਾਂ ਜਦੋਂ ਅਸੀਂ ਕੱਟ ਵਰਕ ਦਾ ਡਿਜ਼ਾਈਨ ਚੂਜ਼ ਕਰਦੇ ਆ ਤਾਂ ਅਸੀਂ ਇਹ ਧਿਆਨ ਵਿੱਚ ਰੱਖਦੇ ਆ ਕਿ ਉਹ ਕੱਟਿਆ ਜਾ ਸਕਦਾ ਹੋਵੇ, ਟੂ ਬੀ ਕੱਟ ਅਵੇ, ਯਾਨੀ ਕਿ ਜਿਹੜਾ ਡਿਜ਼ਾਈਨ ਕੱਟ ਹੁੰਦਾ ਹੋਵੇ ਅਸੀਂ ਉਸੇ ਤੇ ਹੀ ਕੱਟ ਵਰਕ ਕਰਾਂਗੇ, ਹੈ ਨਾ। ਕਿ ਅਗਰ ਅਸੀਂ ਸਪੋਜ਼ ਕਰੋ ਅਸੀਂ ਨਿੱਕਾ ਜਿਹਾ ਡਿਜ਼ਾਈਨ ਚੁੱਕ ਲਿਆ ਫਲਾਵਰ ਦਾ, ਹੈਗਾ ਉਹ ਸਾਟਨ ਸਟਿਚ ਦਾ ਪਾਉਣ ਵਾਲਾ, ਅਸੀਂ ਉਸ ਡਿਜ਼ਾਈਨ ਨੂੰ ਚੂਜ਼ ਕਰ ਲੈਂਦੇ ਆ ਔਰ ਉਹਦੇ ਤੇ ਕੱਟ ਵਰਕ ਕਰਨ ਲੱਗਦੇ ਆ, ਸਾਨੂੰ ਵੀ ਕੱਟ ਵਰਕ ਕਰਨ ਚ ਮੁਸ਼ਕਿਲ ਆਊਗੀ, ਹੈ ਨਾ। ਤਾਂ ਕੱਟ ਵਰਕ ਲਈ ਅਸੀਂ ਉਹ ਡਿਜ਼ਾਈਨ ਚੂਜ਼ ਕਰਾਂਗੇ ਜੋ ਆਸਾਨੀ ਨਾਲ ਕੱਟੇ ਜਾ ਸਕਦੇ ਹੋਣ, ਜਿਹਨਾਂ ਉੱਪਰ ਕੱਟ ਵਰਕ ਦਾ ਕੰਮ ਕੀਤਾ ਜਾ ਸਕਦਾ ਹੋਵੇ, ਯਾਨੀ ਕਿ ਟੂ ਬੀ ਕੱਟ ਅਵੇ। ਉਸ ਤੋਂ ਬਾਅਦ ਨੈਕਸਟ ਹੈਗਾ what type of fabric is used for cut work। ਹੁਣ ਕੱਟ ਵਰਕ ਲਈ ਫੈਬਰਿਕ ਕਿਸ ਤਰ੍ਹਾਂ ਦਾ ਯੂਜ਼ ਹੁੰਦਾ ਹੈ, ਕਿਹੜੇ ਤਰ੍ਹਾਂ ਦਾ ਫੈਬਰਿਕ ਤੇ ਅਸੀਂ ਕੱਟ ਵਰਕ ਕਰ ਸਕਦੇ ਹਾਂ? ਲੂਜ਼ਲੀ ਵੂਵਨ, ਕਲੋਜ਼ਲੀ ਵੂਵਨ, ਲਾਈਟਲੀ ਵੂਵਨ, ਟਾਈਟਲੀ ਵੂਵਨ। ਹੁਣ ਜਿਹੜੇ ਵੂਵਨ ਹੁੰਦੇ ਬੁਣਾਈ ਵਾਲੇ ਕੱਪੜੇ, ਹੁਣ ਜੋ ਜਿਹੜਾ ਫੈਬਰਿਕ ਹੈ ਕਲੋਜ਼ ਬੁਣਿਆ ਹੋਇਆ, ਬਿਲਕੁਲ ਨੇੜੇ ਨੇੜੇ ਬੁਣਿਆ ਹੋਇਆ, ਅਸੀਂ ਕੱਟ ਵਰਕ ਲਈ ਹਮੇਸ਼ਾ ਉਹ ਵਾਲਾ ਫੈਬਰਿਕ ਯੂਜ਼ ਕਰਦੇ ਹਾਂ। ਠੀਕ ਹੈ, ਜੋ ਕਲੋਜ਼ਲੀ ਬੁਣਿਆ ਹੋਇਆ, ਬਿਲਕੁਲ ਕਲੋਜ਼ ਹੈਗਾ, ਕਿਉਂਕਿ ਕੱਟ ਵਰਕ ਕਰਦੇ ਆ ਨਾ, ਕੱਟ ਵਰਕ ਕਰਨ ਲੱਗੇ ਧਾਗੇ ਬਹੁਤ ਨਿਕਲਦੇ ਆ, ਪਰ ਜਦੋਂ ਅਸੀਂ ਕੱਪੜਾ ਇਸ ਤਰ੍ਹਾਂ ਦਾ ਚੂਜ਼ ਕਰਾਂਗੇ ਜੋ ਕਲੋਜ਼ਲੀ ਵੂਵਨ ਬੁਣਿਆ ਹੋਇਆ ਹੋਊਗਾ ਤਾਂ ਕੀ ਆ, ਉਹਦੇ ਤੇ ਕੱਟ ਵਰਕ ਕਰਨ ਚ ਸਾਨੂੰ ਵੀ ਆਸਾਨੀ ਆਊਗੀ ਔਰ ਕੱਟ ਵਰਕ ਵੀ ਸਾਫ ਸੁਥਰਾ ਫਿਨਿਸ਼ ਆਏਗਾ। ਉਸ ਤੋਂ ਬਾਅਦ ਨੈਕਸਟ ਹੈਗਾ what type of needle is used for cut work। ਹੁਣ ਕੱਟ ਵਰਕ ਲਈ ਕਿਸ ਤਰ੍ਹਾਂ ਦੀ ਨੀਡਲ ਯੂਜ਼ ਹੁੰਦੀ ਹੈ? ਟਪੈਸਟਰੀ ਨੀਡਲ, ਬੀਡ ਨੀਡਲ, ਕਰਵ ਨੀਡਲ, ਓਵਲ ਨੀਡਲ। ਹੁਣ ਟਪੈਸਟਰੀ ਨੀਡਲ ਕਿਹੜੀ ਹੈ? ਟਪੈਸਟਰੀ ਨੀਡਲ ਹਮੇਸ਼ਾ ਖਿੱਚੇ ਹੋਏ ਧਾਗੇ ਲਈ ਕੰਮ ਆਉਂਦੀ ਹੈ। ਠੀਕ ਹੈ, ਜਿੱਥੇ ਧਾਗੇ ਖਿੱਚੇ ਜਾਂਦੇ ਆ ਉੱਥੇ ਕੰਮ ਆਉਂਦੀ ਹੈ। ਬੀਡ ਨੀਡਲ ਜਿਹਨਾਂ ਨਾਲ ਮੋਤੀ ਲੱਗਦੇ ਆ। ਕਰਵ ਨੀਡਲ ਮੁੜੀ ਹੋਈ ਹੁੰਦੀ ਆ, ਉਹਦੇ ਨਾਲ ਹਮੇਸ਼ਾ ਉਹਨਾਂ ਜਗ੍ਹਾ ਨੂੰ ਕਵਰ ਕੀਤਾ ਜਾਂਦਾ ਜਿੱਥੇ ਆਸਾਨੀ ਨਾਲ ਸਿੱਧੀ ਸੂਈ ਦਾ ਕੰਮ ਨਹੀਂ ਹੋ ਸਕਦਾ, ਤਾਂ ਉੱਥੇ ਕਰਵ ਨੀਡਲ ਦਾ ਯੂਜ਼ ਕੀਤਾ ਜਾਂਦਾ ਹੈ। ਬਟ ਕਿਉਂਕਿ ਕੱਟ ਵਰਕ ਕਰਨਾ ਹੈ ਤਾਂ ਇਹਦੇ ਵਾਸਤੇ ਸਾਨੂੰ ਓਵਲ ਨੀਡਲ, ਜਿਹਦੇ ਵਿੱਚ ਜਿਹੜੀ ਸੂਈ ਦਾ ਨੱਕਾ ਉਹ ਸ਼ੇਪ ਲੰਬਾਈ ਦੇ ਵਿੱਚ ਹੋਊਗਾ ਔਰ ਜਿਹਦੇ ਵਿੱਚ ਧਾਗਾ ਪਾਉਣ ਚ ਤੇ ਕੰਮ ਕਰਨ ਚ ਆਸਾਨੀ ਆਏਗੀ। ਉਸ ਤੋਂ ਬਾਅਦ ਨੈਕਸਟ ਹੈਗਾ which embroidery is called ਵਾਇਲ embroidery। ਹੁਣ ਵਾਇਲ embroidery ਕਿਹਨੂੰ ਬੋਲਿਆ ਜਾਂਦਾ? ਫੁਲਕਾਰੀ, ਕੁਛ, ਕਸ਼ੀਦਾ ਜਾਂ ਸਵਿਸ ਵਰਕ।
ਹੁਣ ਵਾਈਲ ਐਮਬ੍ਰੋਇਡਰੀ ਹੈਗੀ ਹੈ स्विस वर्क ਨੂੰ दूसरा जो नाम ਦਿੱਤਾ ਜਾਂਦਾ ਵਾਈਲ ਐਮਬ੍ਰੋਇਡਰੀ ਦਿੱਤਾ ਜਾਂਦਾ ठीक है। और ਇਹਦੇ ਕੀ ਬਣਦੇ ਆ ਹੋਲਸ ਬਣਦੇ ਆ ਛੋਟੇ ਛੋਟੇ ਹੋਲਸ ਗੋਲ ਹੋਣ ਲੰਬੇ ਹੋਣ मतलब कि ਹੋਲ ਵਰਕ ਦਾ ਕੰਮ ਜਿਹੜਾ ਕੀਤਾ ਜਾਂਦਾ स्विस वर्क ਵਿੱਚ ਕੀਤਾ ਜਾਂਦਾ। ਉਸ ਤੋਂ ਬਾਅਦ ਹੈ which type of stitch is used for स्विस वर्क। स्विस वर्क ਲਈ ਕਿਹੜਾ ਸਟਿਚ ਯੂਜ਼ ਹੁੰਦਾ ਫਲਾਈ ਸਟਿਚ ਸਾਟਨ ਸਟਿਚ ਬੈਕ ਸਟਿਚ ਕ੍ਰਾਸ ਸਟਿਚ। ਹੁਣ स्विस वर्क है ਇਹਦੇ ਹੋਲਸ ਬਣਦੇ ਨੇ ਹੋਲਸ ਨੂੰ ਕਵਰ ਕਰਨ ਲਈ ਫਿਨਿਸ਼ ਕਰਨ ਲਈ ਆਪਾਂ ਸਾਟਨ ਸਟਿਚ ਦਾ ਪ੍ਰਯੋਗ ਕਰਦੇ ਹਾਂ ਕਿਉਂਕਿ ਫਲਾਈ ਸਟਿਚ ਹੈ ਵੀ ਸ਼ੇਪ ਬਣ ਜਾਂਦੀ ਹੈ ਬੈਕ ਸਟਿਚ ਇੱਕ ਲਾਈਨ ਬਣਦੀ ਹੈ ਕ੍ਰਾਸ ਸਟਿਚ ਕਾਂਟੀਆਂ ਲਈ ਇਸਤੇਮਾਲ ਕੀਤਾ ਜਾਂਦਾ ਤਾਂ ਆਪਾਂ ਜਦੋਂ ਵੀ स्विस वर्क ਕਰਦੇ ਆ ਉਹਦੇ ਵਾਸਤੇ ਸਾਟਨ ਸਟਿਚ ਦਾ ਪ੍ਰਯੋਗ ਕਰਦੇ ਹੋਏ ਹੋਲਸ ਨੂੰ ਕਵਰ ਕਰ ਦਿੰਦੇ ਆ। ਉਸ ਤੋਂ ਬਾਅਦ ਨੈਕਸਟ ਹੈ which type of fabric is used for shadow work। ਹੁਣ shadow work ਲਈ ਕਿਸ ਤਰ੍ਹਾਂ ਦਾ ਫੈਬਰਿਕ ਆਰਕੰਡੀ ਆਵੇ ਉਹ ਵੀ ਅਸੀਂ ਇਹਦੇ ਵਿੱਚ अगर ऑप्शन आरगंडी आती है तो ਅਸੀਂ ਉਹ ਚੂਜ਼ ਕਰ ਸਕਦੇ ਆ ਨਹੀਂ ਆਂਦੀ ਡਾਰਕ ਥਿਕ ਥਿਨ ਪ੍ਰਿੰਟਡ है ना। ਹੁਣ ਥਿਨ ਕੀ ਹੁੰਦਾ ਥਿਨ ਦਾ ਮਤਲਬ ਹੁੰਦਾ ਪਤਲਾ ਡਾਰਕ ਦਾ ਮਤਲਬ ਗੂੜਾ ਗੂੜੇ ਦੇ ਉੱਪਰ ਕਦੇ ਸ਼ੈਡੋ ਵਰਕ ਨਹੀਂ ਹੁੰਦੀ ਕਿਉਂਕਿ ਧਾਗੇ ਦੇ ਸ਼ੇਡ ਜਿਹੜਾ ਪਰ ਨਹੀਂ ਆਂਦੀ ਇਹਦੇ ਲਾਈਟ ठीक है लाइट कलर यूज होता है भी क्वेश्चन है कि शैडो वर्क ਲਈ ਕਿਹੜਾ ਫੈਬਰਿਕ ਲਾਈਟ ਕਲਰ ਦਾ ਫੈਬਰਿਕ ਥਿਕ ਫੈਬਰਿਕ ਹੁੰਦਾ ਮੋਟਾ ਫੈਬਰਿਕ। ਹੁਣ ਸ਼ੈਡੋ ਵਰਕ ਦੀ ਸ਼ੈਡੋ ਦਿਖਾਣੀ ਹੈ ਤਾਂ ਅਸੀਂ ਕੀ ਹੈ ਥਿਕ ਫੈਬਰਿਕ ਨਹੀਂ ਯੂਜ਼ ਕਰਦੇ ਥਿਨ फैब्रिक जो है पतला कपड़ा है ਅਸੀਂ ਸ਼ੈਡੋ ਵਰਕ ਨਹੀਂ ਯੂਜ਼ ਕਰ ਸਕਦੇ ਕਿਉਂਕਿ ਉਹਦੀ ਸ਼ੈਡੋ ਆਏਗੀ ਸਿੱਧੇ ਪਾਸੇ। ਪ੍ਰਿੰਟਡ ਕਪੜਾ ਅਸੀਂ ਯੂਜ਼ ਨਹੀਂ ਕਰ ਸਕਦੇ ਕਿਉਂਕਿ ਜੋ ਪਹਿਲਾਂ ਹੀ ਪ੍ਰਿੰਟਡ ਆ ਉਹਨੇ ਕਿਆ ਸ਼ੈਡੋ ਦੇਣੀ ਹੈ ਇਸ ਕਰਕੇ ਆਪਾਂ ਹਮੇਸ਼ਾ ਥਿਨ ਫੈਬਰਿਕ ਯੂਜ਼ ਕਰਦੇ ਆ। ਉਸ ਤੋਂ ਬਾਅਦ ਹੈ which stitch is done on the wrong side of the fabric of shadow work। ਹੁਣ wrong side ਤੇ ਸ਼ੈਡੋ ਵਰਕ ਕਰਨ ਲੱਗੇ ਕਿਹੜਾ ਸਟਿਚ ਕੀਤਾ ਜਾਂਦਾ ਹੈ ਪੁੱਠੇ ਪਾਸੇ ਸ਼ੈਡੋ ਵਰਕ ਹੁੰਦੀ ਹੈ ਔਰ ਕਢਾਈ ਦੀ ਇਹ ਵੀ ਕੁਐਸਚਨ ਆਂਦਾ ਹੈ ਕਿ ਸ਼ੈਡੋ ਵਰਕ ਕਿਹੜੀ ਸਾਈਡ ਹੁੰਦੀ ਹੈ ਪੁੱਠੇ ਪਾਸੇ ਕਢਾਈ ਹੁੰਦੀ ਹੈ और स्टिच केड़ा यूज हुंदा बटन होल स्टिच हैरिंगबोन स्टिच रनिंग स्टिच या साटन स्टिच क्योंकि शैडो वर्क दी कढ़ाई है पुठे पासे हो रही है ਤਾਂ ਕਿਹੜਾ ਸਟਿਚ ਯੂਜ਼ ਹੁੰਦਾ ਹੈਰਿੰਗਬੋਨ ਔਰ ਅਗਰ ਇਹਦੀ ਜਗ੍ਹਾ ਹੈਰਿੰਗਬੋਨ ਨਹੀਂ ਆਂਦਾ ਕਲੋਜ਼ਡ ਹੈਰਿੰਗਬੋਨ ਆਂਦਾ ਤਾਂ ਤੁਸੀਂ ਉਹ ਵੀ ਟਿਕ ਕਰ ਸਕਦੇ ਹੋ ਕਲੋਜ਼ਡ ਹੈਰਿੰਗਬੋਨ ਸਟਿਚ ਇਹ ਜਿਹੜਾ ਸਟਿਚ ਹੈ ਸ਼ੈਡੋ ਵਰਕ ਲਈ ਯੂਜ਼ ਹੁੰਦਾ ਕਿਉਂਕਿ ਜਿਹੜਾ ਹੈਰਿੰਗਬੋਨ ਦੀ ਨੇੜੇ ਨੇੜੇ ਕ੍ਰੋਸਿੰਗ ਆ ਰਹੀ ਹੈ ਨਾ ਕੱਪੜਾ ਪਿੱਛੋਂ ਫੈਬਰਿਕ ਭਰ ਰਿਹਾ ਉਸੇ ਦੀ ਹੀ ਅੱਗੇ ਸ਼ੈਡੋ ਆਏਗੀ। ਉਸ ਤੋਂ ਬਾਅਦ ਨੈਕਸਟ ਹੈ what type of fabric is suitable for shadow work। ਹੁਣ ਕਿਹੜਾ ਫੈਬਰਿਕ ਸੁਟੇਬਲ ਹੈ ਸ਼ੈਡੋ ਵਰਕ ਲਈ ਹੁਣ ਪਿੱਛੇ ਨਿਕਲ ਕੇ ਗਿਆ ਥਿਨ ਵਰਕ ਹੁਣ ਦੇਖੋ ਇੱਥੇ ਚੇਂਜ ਹੋ ਗਿਆ ਨਾਮ ਕਾਟਨ ਥ੍ਰੈਡਸ ਸ਼ੀਰ ਡੈਨਿਮ ਵੈਲਵੇਟ ਇੱਥੇ ਨਾਮ ਆ ਗਏ ਠੀਕ ਹੈ। ਹੁਣ ਸ਼ੀਰ ਜਿਹੜਾ ਫੈਬਰਿਕ ਸ਼ੀਰ ਫੈਬਰਿਕ ਪਤਲਾ ਫੈਬਰਿਕ ਹੈ ਜਦੋਂ ਤੁਹਾਨੂੰ ਆਪਣੀ ਸਾਰੇ ਤਰ੍ਹਾਂ ਦੀ ਫੈਬਰਿਕ ਵਰਤ ਉਹਦੇ ਵਿੱਚ ਸ਼ੀਰ ਤੁਹਾਨੂੰ ਕਈ ਤਰ੍ਹਾਂ ਦੇ ਫੈਬਰਿਕ ਦੱਸੇ ਇਹ ਫੈਬਰਿਕ ਹੁੰਦੇ ਆ ਜਿਹਨਾਂ ਥ੍ਰੈਡ ਵਰਕ ਕੀਤਾ ਜਾਂਦਾ ਡੈਨਿਮ next है what is known as pulled thread work। ਹੁਣ pulled thread हाँ जी मैं ਥ੍ਰੈਡ ਵਰਕ ਕਿਸ ਨੂੰ ਬੋਲਦੇ ਆ ਰਨਿੰਗ ਸਟਿਚ ਨੂੰ ਹੈਮ ਸਟਿਚ ਨੂੰ ਡਰਾਨ ਥ੍ਰੈਡ ਨੂੰ ਫੁਲਕਾਰੀ। ਹੁਣ ਸਾਨੂੰ ਪਤਾ ਡਰਾਨ ਪੁਲਡ ਥ੍ਰੈਡ ਵਰਕ ਪੂਰਾ ਨਾਮ ਹੈ ਉਹਦਾ ਹੈ ਨਾ ਡਰਾਨ ਪੁਲਡ ਥ੍ਰੈਡ ਵਰਕ ਪੂਰਾ ਨਾਮ ਹੈ ਔਰ ਜਦੋਂ ਇਦਾਂ ਦਾ ਕੁਐਸਚਨ ਆਵੇ ਤਾਂ ਆਪਾਂ ਡਰਾਨ ਥ੍ਰੈਡ ਵਰਕ ਕਰਨਾ ਕਿਉਂਕਿ ਪੁਲਡ ਥ੍ਰੈਡ ਦਾ ਨੂੰ ਡਰਾਨ ਥ੍ਰੈਡ ਵਰਕ ਦੇ ਨਾਲ ਹੀ ਜਾਣਿਆ ਜਾਂਦਾ ਹੈ ਠੀਕ ਹੈ। ਉਸ ਤੋਂ ਬਾਅਦ ਨੈਕਸਟ ਆਂਦਾ ਹੈ what type of needle is used for drawn pull thread work। drawn pull thread ਲਈ ਕਿਸ ਤਰ੍ਹਾਂ ਦੀ ਨੀਡਲ ਯੂਜ਼ ਹੁੰਦੀ ਹੈ ਸ਼ਾਰਪ ਨੀਡਲ ਟਪੈਸਟਰੀ ਨੀਡਲ ਓਵਲ ਨੀਡਲ ਜਾਂ ਕਰੋਲ ਨੀਡਲ। ਹੁਣ ਸ਼ਾਰਪ ਨੀਡਲ ਆਪਾਂ ਯੂਜ਼ ਕਰਦੇ ਆ ਕਲੋਜ਼ਲੀ ਵੂਮਨ ਜਿਹੜੇ ਬੁਣੇ ਹੋਏ ਕੱਪੜੇ ਹੁੰਦੇ ਆ ਉਹਨਾਂ ਉੱਪਰ ਸ਼ਾਰਪ ਨੀਡਲ ਪਰ ਜਦੋਂ ਅਸੀਂ ਕੋਈ ਵੀ ਧਾਗਾ ਖਿੱਚ ਕੇ ਕ੍ਰਾਸ ਸਟਿਚ ਦਾ ਕੰਮ ਸਵਿਸ ਵਰਕ ਦਾ ਕੰਮ ACC ਦਾ ਕੰਮ ਇਹ ਕਰ ਰਹੇ ਆ ਤਾਂ ਅਸੀਂ ਕੀ ਯੂਜ਼ ਕਰ ਰਹੇ ਹਾਂ ਟਪੈਸਟਰੀ ਨੀਡਲ ਠੀਕ ਹੈ। ਟਪੈਸਟਰੀ ਨੀਡਲ ਅੱਗੋਂ ਖੁੰਡੀ
खुंडी सूई मतलब कि अगों तिखी नहीं हुंदी, थोड़ी खुंडी हुंदी है बट नक्का लंबा हुंदा, जिहदे विच क्रॉस स्टिच लई क्योंकि मोटा धागा यूज हुंदा है, मोटे थ्रेड दे उपर क्रॉस स्टिच किया जाता है मैटियां दे उपर, तां ओहदे विच धागा पाउण नूं आसानी हुंदी है। ठीक है, तो असीं हमेशा ड्रॉन पुल थ्रेड लई टेपेस्ट्री नीडल का इस्तेमाल करते हैं। नैक्सट है विच वर्क डन इन वाइट थ्रेड ऑन वाइट फैब्रिक। हुण वाइट थ्रेड और वाइट फैब्रिक के उपर केड़ा काम हुंदा है? ड्रॉन थ्रेड, चंबा रुमाल, कशीदा या फुलकारी। हुण चंबा रुमाल, कशीदा, फुलकारी ये कलरफुल कपड़ियां उपर कलरफुल थ्रेड्स नाल कीता जा सकदा, पर जेड़ा ड्रॉन थ्रेड वर्क है हार्ड एंगर है ना, ਇਹ ਜਿਹੜਾ ਕੰਮ ਹੈ ਇਹ ਵਾਈਟ ਉੱਪਰ ਵਾਈਟ ਐਮਬਰਾਇਡਰੀ ਦੇ ਨਾਲ ਜਾਣਿਆ ਜਾਂਦਾ ਹੈ ਨਾ, ਵਾਈਟ ਉੱਪਰ ਵਾਈਟ ਐਮਬਰਾਇਡਰੀ, ਚਿਕਨਕਾਰੀ ਵੀ ਹੈ ਵਾਈਟ ਉੱਪਰ ਵਾਈਟ ਐਮਬਰਾਇਡਰੀ। ਇਹ ਜਿਹੜੇ ਨਾਮ ਆ ਜਾਣਗੇ ਨਾ, ਤੁਸੀਂ ਨਾਮ ਉਦੋਂ ਧਿਆਨ ਚ ਰੱਖਣਾ ਹੈ ਕਿ ਕਿਹੜੇ ਵਾਈਟ ਉੱਪਰ ਵਾਈਟ ਐਮਬਰਾਇਡਰੀ ਕੀਤੀ ਜਾਂਦੀ ਹੈ, ਕਿਹੜੇ ਕੱਪੜੇ ਆ ਜਿਹਨਾਂ ਵਾਈਟ ਹੀ ਉਹਦਾ ਬੇਸ ਹੁੰਦਾ ਔਰ ਵਾਈਟ ਹੀ ਥ੍ਰੈਡ ਯੂਜ਼ ਹੁੰਦੇ ਆ, ਯਾਨੀ ਕਿ ਡਰॉन ਥ੍ਰੈਡ ਫੰਕਸ਼ਨ ਹੈ, ਡਰॉन ਥ੍ਰੈਡ ਵਰਕ ਕੀ ਹੈ, ਵਾਈਟ ਥ੍ਰੈਡ ਵਾਈਟ ਐਮਬਰਾਇਡਰੀ। उस तो बाद हैगा विच वर्क रिमूव्स थ्रेड वाप एंड वेफ्ट। हुण केड़ा वर्क है जिहदे विच असी वाप और वेफ्ट यानी कि ताने बाने दे धागे कढ के काम करदे हां? हार्ड एंगर, फैंसी नेट, कशीदा या फुलकारी। हुण हार्ड एंगर जिहड़ा काम आ ओहदे विच असी की करदे हां, वाप वेफ्ट दे थ्रेड कट दिंदे हां, यानी कि लंबाई चौड़ाई दे थ्रेड खिच के कटदे हां और की है साडा हार्ड एंगर दा सैंपल बनदा है। ये तो सिंपली सानू पता ही है क्योंकि फैंसी नेट कर रहे हैं, कशीदा कर रहे हैं, फुलकारी कर रहे हैं, ਇਹਦੇ ਚ ਅਸੀਂ कोई धागा नहीं कट रहे है ना, कोई धागा नहीं खिंच रहे, कोई धागा नहीं कट रहे, ये सिंपल एम्ब्रॉयडरी दे टांके है। बट जदों धागा जिथे कढ़िया जाता दो ही ने, हार्ड एंगर और ड्रॉन पुल थ्रेड, ये दोनों ऑप्शन ध्यान च रखने ने। उस तो बाद है विच टूल इज यूज्ड टू पुल द थ्रेड इन ड्रॉन थ्रेड वर्क। हुण केड़ा टूल यूज किया जाता है ड्रॉन थ्रेड वर्क लई? नाइफ, सीजर, सीम रिपर या कटर। हुण सीम रिपर जो है बच्चे वो एक पतली जी निब, तुसी सीम रिपर देखी होनी, तुसी यूज भी करदे हो। जदों असी ड्रॉन पुल थ्रेड दे एक धागे नूं बारीकी नाल कटना है ना, तां सानू सीम रिपर दी लोड़ पेगी। नाइफ की है? चाकू। सीजर की है? कैंची। इहदे नाल तां सारे कपड़ा वड्ड देवांगे है ना। कटर की है? धागे कट्टण नूं भी इस्तेमाल हुंदा। तां सीम रिपर की है? एक धागा बड़े आराम नाल विच असी सीम रिपर नूं घुसांदे होए बड़े प्यार दे नाल, आराम दे नाल जो धागा कटना है असी ड्रॉन पुल थ्रेड दे विच ओ आसानी नाल कट सकदे हां। उस तो बाद है हाउ द ACC नेम ड्राइव्ड। हुण ACC नेम कित्थों बनिया? इटैलियन टाउन, बावन बाग, चंबा रुमाल से चाइना। हुण मैं तुहानूं दस्सिया सी कि इटैलियन कढ़ाई है, इटली दी कढ़ाई है ACC वर्क है ना, तां इह कित्थों ड्राइव्ड होया इहदा नेम ਇਹਦਾ ਹੋਇਆ ਇਟਾਲੀਅਨ टाउन ਤੋਂ, यानी कि इटली दे टाउन ACC है ना, ਉੱਥੋਂ ਇਹਦਾ ਨਾਮ ਜਿਹੜਾ ड्राइव ਹੋਇਆ है। उस तो बाद नेक्स्ट है विच स्टिच इज डन फॉर आउटलाइनिंग द डिजाइन फॉर ACC वर्क। हुण ACC वर्क दी आउटलाइनिंग किहदे ते हुंदी है? पहला बेसिक स्टिच सीगा, हुण आउटलाइनिंग। मैं तुहानूं पीछे ही ਇਹਦਾ आंसर दसता सी, चेन स्टिच, हॉलबिन स्टिच, स्टैम स्टिच या सीड स्टिच। हुण ACC दो ही टांकियां ते डिपेंड करदी है, क्रॉस स्टिच और होलबिन स्टिच। क्रॉस स्टिच बेसिक स्टिच है, होलबिन स्टिच ना ओदी आउटलाइनिंग हुंदी है। ठीक है, ये दोनों टांके तुसी दिमाग च रखने ने तां तुहानूं ये क्वेश्चन दा आंसर पढ़दे सार ही आ जाना है। उस तो बाद नेक्स्ट आंदा है साडे को what is the material used for punching hole for Swiss work। हुण केड़ा मटीरियल यूज हो रहा है होल वर्क स्विस वर्क दा काम करना, ਉਹਦੇ ਵਿੱਚ होल करन ਲਈ ਅਸੀਂ किस मटीरियल ਦਾ यूज कर रहे हैं? स्टिलेटो, ट्रिमर, सीजर या थ्रेड कटर। ट्रिमर, सीजर, थ्रेड कटर ਇਹ ਕੀ ਹੈ? ਧਾਗੇ ਕੱਟਣ ਲਈ ਕੰਮ ਆਉਂਦੇ ਆ। स्टिलेटो ਜਿਹੜਾ ਹੁੰਦਾ ਹੈ ਉਹ ਹੁੰਦਾ ਹੈ होल करन ਲਈ, मोरे कड्डण वाला सूआ ਜਿਹਨੂੰ ਸਟੀਲੇਟੋ ਬੋਲਦੇ ਆ। ਠੀਕ ਹੈ, ਆਪਾਂ ਮੋਰੇ ਜਦੋਂ ਕੱਢਨੇ ਆ ਕਿਹਦੇ ਨਾਲ ਕੱਢਨੇ ਆ? ਸਟੀਲੇਟੋ ਨੂੰ ਯੂਜ਼ ਕਰਦੇ ਹੋਏ, ਪੰਚਿੰਗ ਹੋਲਸ, ਉਹਦੇ ਨਾਲ ਪੰਚ ਕਰਨੇ ਆ ਹੋਲਸ ਔਰ ਉਹਦੇ ਉੱਪਰ ਸਾਟਨ ਥ੍ਰੈਡ ਕਰਦੇ ਹੋਏ ਕੀ ਕਰ ਦੇਣਾ ਹੈ? ਸਵਿਸ ਵਰਕ। ਉਸ ਤੋਂ ਬਾਅਦ ਨੈਕਸਟ ਆਂਦਾ ਹਾਊ ਮੈਨੀ ਲਾਈਨਸ ਆਫ ਬੈਕ ਸਟਿਚ ਫॉर द ਸ਼ੈਡੋ ਵਰਕ। ਹੁਣ ਸ਼ੈਡੋ ਵਰਕ ਅਸੀਂ ਕੀਤਾ ਤਾਂ ਉਹਦੇ ਸਿੱਧੇ ਪਾਸੇ ਕਿੰਨੀਆਂ ਲਾਈਨਸ ਬਣਦੀਆਂ ਨੇ? 1 2 3 या 4। ठीक है,
ਹੁਣ ਸ਼ੈਡੋ ਵਰਕ ਕੀਤੀ ਹੈ, ਹੈਰਿੰਗਬੋਨ ਕਲੋਜ਼ਡ ਹੈਰਿੰਗਬੋਨ ਟਾਂਕਾ ਕੀਤਾ ਹੈ, ਤਾਂ ਹੈਰਿੰਗਬੋਨ ਟਾਂਕੇ ਦੀਆਂ ਸਿੱਧੇ ਪਾਸੇ ਸਾਨੂੰ 2 ਲਾਈਨਸ ਨਜ਼ਰ ਆਉਂਦੀਆਂ, ਯਾਨੀ ਕਿ 2 ਲਾਈਨਸ ਨਜ਼ਰ ਆਉਂਦੀਆਂ ਨੇ। ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ ਜੋ ਤੁਹਾਨੂੰ ਪ੍ਰੈਕਟੀਕਲ ਵਰਕ ਤੋਂ ਹੀ ਇਨਫੋਰਮੇਸ਼ਨ ਮਿਲ ਜਾਂਦੀ ਹੈ, ਜਿਸ ਚੋਂ ਥਿਊਰੀ ਨਿਕਲ ਆਉਂਦੀ ਹੈ। ਉਸ ਤੋਂ ਬਾਅਦ ਆਉਂਦੀ ਹੈ what resemble the closed herringbone stitch on the right side of the shadow work। ਹੁਣ ਸ਼ੈਡੋ ਵਰਕ ਦੇ ਸਿੱਧੇ ਪਾਸੇ ਤੇ ਕਲੋਜ਼ਡ ਹੈਰਿੰਗਬੋਨ ਸਟਿਚ ਦੀ ਕੀ ਲੁੱਕ ਹੁੰਦੀ ਹੈ? ਬੈਕ ਸਟਿਚ, ਸਟੈਮ ਸਟਿਚ, ਸਾਟਨ ਸਟਿਚ, ਫੈਦਰ ਸਟਿਚ। ਕਿਉਂਕਿ ਅਸੀਂ ਸ਼ੈਡੋ ਵਰਕ ਦਾ ਕੰਮ ਕੀਤਾ ਹੈ, ਬੈਕ ਸਾਈਡ ਤੇ ਹੈਰਿੰਗਬੋਨ ਸਟਿਚ ਕੀਤਾ ਹੈ, ਤਾਂ ਉਹਦੀ ਫਰੰਟ ਸਾਈਡ ਦੋਨੋਂ ਸਾਈਡ ਤੇ ਕੀ ਬਣ ਰਿਹਾ ਹੈ? बैक स्टिच है ना। बैक स्टिच दियां 2 लाइना बन रही ने, शैडो वर्क किया 2 लाइना बैक स्टिच दियां, यानी कि 2 लाइन्स बन रही ने और बैक स्टिच बन रहा। देखो क्वेश्चन ओही है, एक टॉपिक दे विचों कितने क्वेश्चन बने हैं। उस तो what type of thread is mostly used, ज्यादातर थ्रेड आपां केड़े यूज करदे आ? कॉटन, पॉलिस्टर, कॉर्डिंग या जूट दे। ਤਾਂ ਸਭ ਤੋਂ ਜ਼ਿਆਦਾ ਜੋ ਥ੍ਰੈਡ ਆਪਾਂ ਕਢਾਈ ਵਿੱਚ ਇਸਤੇਮਾਲ ਕਰਦੇ ਆ ਉਹ ਕਿਹੜੇ ਆ? ਕਾਟਨ ਦੇ ਥ੍ਰੈਡਸ, ਕਿਉਂਕਿ ਕਾਟਨ ਦੇ ਥ੍ਰੈਡਸ ਜਲਦੀ ਉਧੜਦੇ ਨਹੀਂ ਹੈ, ਹੈ ਨਾ, ਉਧੜਦੀ ਨਹੀਂ ਆ ਉਹ ਵਾਲੀ ਕਢਾਈ, ਮਜ਼ਬੂਤ ਥ੍ਰੈਡ ਹੁੰਦੇ ਆ, ਇਸ ਕਰਕੇ ਸਭ ਤੋਂ ਜ਼ਿਆਦਾ ਕਢਾਈ ਦੇ ਵਿੱਚ ਆਪਾਂ ਕਾਟਨ ਥ੍ਰੈਡ ਯੂਜ਼ ਕਰਦੇ ਆ। ਉਸ ਤੋਂ ਬਾਅਦ ਨੈਕਸਟ ਹੈ ਵਿਚ ਟ੍ਰੇਸਿੰਗ ਮੈਥਡ ਇਜ਼ ਯੂਜ਼ਡ ਫॉर ਸ਼ੈਡੋ ਵਰਕ। ਸ਼ੈਡੋ ਵਰਕ ਲਈ ਕਿਸ ਟਾਈਪ ਦੀ ਟ੍ਰੇਸਿੰਗ ਮੈਥਡ ਯੂਜ਼ ਹੁੰਦਾ ਹੈ? कार्बन मैथड, पिक एंड पाउंस, डायरेक्ट मैथड या बेस्टिंग मैथड। हुन ਅਸੀਂ ਸ਼ੈਡੋ ਵਰਕ ਦਾ ਟ੍ਰੇਸਿੰਗ ਕਰਨੀ ਹੈ ਤਾਂ ਸਾਨੂੰ किस तरह का ਉਹਦੇ ਉੱਪਰ ट्रेसिंग मैथड अपनाना है? डायरेक्ट, क्योंकि पतला फैब्रिक यूज कर रहे हैं ਅਸੀਂ, एक पतला महीन फैब्रिक ਦੇ ਉੱਪਰ ਅਸੀਂ ਸ਼ੈਡੋ ਵਰਕ ਕਰਦੇ ਆ ਔਰ ਪਤਲੀ ਫੈਬਰਿਕ ਦੇ ਉੱਪਰ ਅਸੀਂ डायरेक्ट मैथड ਦੇ ਨਾਲ ट्रेस कर सकते हैं। ठीक है, ਉਹਦੇ ਲਈ ਸਾਨੂੰ ਪ੍ਰਿਕ ਐਂਡ ਪਾਉਂਸ ਜਾਂ ਕਾਰਬਨ ਮੈਥਡ ਜਾਂ ਬੇਸਟਿੰਗ ਮੈਥਡ ਦੀ ਲੋੜ ਨਹੀਂ ਪੈਂਦੀ, ਉਹਦੇ ਤੇ ਆਪਾਂ ਡਾਇਰੈਕਟ ਮੈਥਡ ਯੂਜ਼ ਕਰਦੇ ਹੋਏ ਟ੍ਰੇਸਿੰਗ ਉਹਦੇ ਉੱਪਰ ਉਤਾਰ ਸਕਦੇ ਹਾਂ। ਨੈਕਸਟ ਆਂਦਾ ਵਿਚ ਵਰਕ ਡਨ ਔਨ ਦਾ ਰਿਵਰਸ ਆਫ ਦਾ ਫੈਬਰਿਕ। ਪੁੱਠੇ ਪਾਸੇ ਦੇ फैब्रिक दे केड़ा काम किया जाता है? फुलकारी, शैडो वर्क, कशीदा या एसीसी वर्क। हुन फुलकारी, कशीदा, एसीसी वर्क ये तो सीधे पासों किए जाते हैं, बट शैडो वर्क हमेशा फैब्रिक दे पुठे पासे की जाती है। ठीक है, शैडो वर्क की है उल्टी कढ़ाई बोलते हैं इनू, क्योंकि ये उल्टे पासे तो की जाती है, मतलब कि एक कढ़ाई दे कितने सारे क्वेश्चन तुहानू मिल रहे हैं। उस तो बाद नैक्सट आंदा है what is it called? Missing stitches in the design। ਹੁਣ डिजाइन ਦੇ ਵਿੱਚ skip ਹੋ ਰਿਹਾ stitch, कोई डिजाइन बनाया ਉਹਦੇ ਵਿੱਚ stitch ਟੁੱਟ ਗਏ, ਮਿਸ ਹੋ ਗਏ, ਤਾਂ ਉਹਨੂੰ ਕੀ ਬੋਲਾਂਗੇ ਅਸੀਂ? right, wrong, looped ਜਾਂ skipped। looped ਹੁੰਦੇ ਆ ਜਿਹੜੇ ਗੁੱਛੀਆਂ ਛੱਡਦੇ ਆ। ਹੁਣ ਕਿਉਂਕਿ ਟਾਂਕਾ ਮਿਸ ਹੋ ਗਿਆ ਹੈ ਤਾਂ ਉਹਨੂੰ ਅਸੀਂ ਕੀ ਬੋਲਾਂਗੇ? skipped stitches, यानी कि ਟਾਂਕੇ ਵਿੱਚੋਂ ਛੁੱਟ ਗਏ, skip ਹੋ ਗਏ। ਉਸ ਤੋਂ ਬਾਅਦ ਨੈਕਸਟ ਆਂਦਾ what is it called across the full width of the cloth। ਹੁਣ full width ਜਿਹੜੀ ਹੈ ਅਗਰ ਉਹਦੀ ਨਿਕਲ ਰਹੀ ਹੈ ਪੂਰੀ ਕਲੋਥ ਦੇ ਵਿੱਚੋਂ ਤਾਂ ਉਹਨੂੰ ਕਿਆ ਬੋਲਦੇ ਆ? ਵਾਪ ਬਾਰ, ਵੈਫਟ ਬਾਰ, ਨੋਟਸ ਜਾਂ ਲੈਸ਼ਿੰਗ ਇਨ। ਹੁਣ ਵਾਪ ਜਿਹੜੇ ਵੈਫਟ ਬਾਰ ਹੁੰਦੀ ਹੈ width, मतलब कि चौड़ाई वाले ताने जेड़े चौड़ाई वाले थ्रेड्स हुंदे आ उन्हां नू आपां वैफ्ट बार बोलदे आ। ठीक है, और जो लंबाई वाले हुंदे आ उन्हां नू वाप बार बोलदे आ। नॉट्स जो गठ्ठां बन जांदियां ने, लैशिंग इन जो टुट टुट के आ रहा है। ठीक है, तां जदों एक पूरी होई लाइन विचों गायब हो जांदी आ उहनू असीं की बोलदे आ? वैफ्ट बार, वो भी विड्थ दी। ठीक है, उस तो बाद नेक्स्ट आंदा what type of stitch is used to cover a section of the background fabric। ਹੁਣ ਕਿਹੜੀ ਕਢਾਈ ਹੈ ਜਿਹਦੇ ਵਿੱਚ ਅਸੀਂ ਪਿਛਲਾ ਸੈਕਸ਼ਨ मतलब कि बैकग्राउंड यानी कि पिछला पासा भी फिल्ड करते हैं। ठीक है, ਉਹਦਾ ਸੈਕਸ਼ਨ ਵੀ ਭਰ ਦਿੰਦੇ ਆ, ਮੋਰੇ ਵੀ ਭਰਦੇ ਆ, ਪਿੱਛੋਂ ਵੀ ਭਰ ਹੋ ਜਾਂਦਾ। ਉਹ ਕਿਹੜਾ ਸਟਿਚ ਹੈ? ਸਾਟਨ, ਰਨਿੰਗ, ਕਟਵਰਕ ਜਾਂ ਨੈਟਵਰਕ। ਨੈਟਵਰਕ ਦੇ ਵਿੱਚ ਸੈਕਸ਼ਨ ਨਹੀਂ ਭਰਦੇ ਕਿਉਂਕਿ ਨੈਟ ਲੱਗ ਜਾਂਦੀ ਹੈ। ਕਟਵਰਕ ਦੇ ਵਿੱਚ ਅਸੀਂ ਕੱਪੜਾ ਕੱਟ ਦਿੰਦੇ ਆ, ਸੈਕਸ਼ਨ ਨਹੀਂ ਭਰ ਪਾਉਂਦਾ। ਰਨਿੰਗ ਦੇ ਵਿੱਚ ਕਿਉਂਕਿ ਉਹ ਪਹਿਲਾਂ ਹੀ ਕੱਚਾ ਟਾਂਕਾ ਹੈ, ਉਹਦੇ ਵਿੱਚ ਵੀ ਅਸੀਂ ਕੀ ਹੈ ਸੈਕਸ਼ਨ ਨਹੀਂ ਭਰ ਪਾਉਂਦੇ। ਸਾਟਨ ਜਿਹੜਾ ਸਟਿਚ ਹੈ ਉਹ ਫਰੰਟ ਤੋਂ ਵੀ ਔਰ बैक तो भी इको जिहा होएगा। ठीक है, साटन स्टिच फ्रंट और
और बैक तो दोनों साइड तो ਅਸੀਂ ਫਿਲਡ ਕਰ ਸਕਦੇ ਹਾਂ, ਜਿਹਨੂੰ ਅਸੀਂ ਰਾਉਂਡ ਐਮਬਰਾਇਡਰੀ ਬੋਲਦੇ ਹਾਂ, ਡਾਇਮੰਡ ਐਮਬਰਾਇਡਰੀ ਬੋਲਦੇ ਹਾਂ, ਹੈ ਨਾ, ਬਾਲ ਐਮਬਰਾਇਡਰੀ ਬੋਲਦੇ ਹਾਂ। ਇਹ ਜਿਹੜੇ ਨਾਮ ਤੁਸੀਂ ਯਾਦ ਰੱਖਣੇ ਨੇ। ਉਸ ਤੋਂ ਬਾਅਦ ਨੈਕਸਟ ਆਂਦਾ what is the purpose of overlock। ਹੁਣ overlock ਦਾ ਕੀ ਪਰਪਸ ਹੁੰਦਾ ਹੈ? ਫਿਨਿਸ਼ ਕਟਿੰਗਸ, ਫਿਨਿਸ਼ ਐਮਬਰਾਇਡਰੀ, ਫਿਨਿਸ਼ ਸਟਿਚ ਜਾਂ ਫਿਨਿਸ਼ ਸੀਮ। ਤਾਂ ਅਸੀਂ ਓਵਰਲੌਕ ਕਾਹਦੇ ਕਰਦੇ ਹਾਂ? ਇੱਕ ਸਲਾਈ ਨੂੰ ਪੱਕਾ ਕਰਨ ਲਈ, ਠੀਕ ਹੈ। ਫਿਨਿਸ਼ ਸੀਮ ਯਾਨੀ ਕਿ ਜੋ ਅਸੀਂ ਸਲਾਈਆਂ ਲਗਾਈਆਂ ਨੇ ਉਹਨਾਂ ਨੂੰ ਪੱਕਾ ਕਰਨ ਲਈ, ਉਹਨਾਂ ਦੀ ਮਜ਼ਬੂਤੀ ਲਈ ਅਸੀਂ ਕੀ ਕਰਦੇ ਆ? ਓਵਰਲੌਕ ਦਾ ਟਾਂਕਾ ਜੋ ਉਹਨੂੰ ਕਰਦੇ ਆ, ਠੀਕ ਹੈ। ਉਸ ਤੋਂ ਬਾਅਦ ਇਹ ਮੇਰਾ ਅੱਜ ਤੁਹਾਡੇ ਲਈ ਚੈਪਟਰ ਸੀਗਾ, ਠੀਕ ਹੈ। ਪੂਰੇ MCQs ਉਹਦੇ ਵਿੱਚੋਂ ਹੋਰ ਕਿੰਨੇ ਬਣਦੇ ਨੇ ਉਹ ਵੀ ਮੈਂ ਤੁਹਾਨੂੰ ਦੱਸੇ ਨੇ। ਇੱਕ ਟੌਪਿਕ ਤੋਂ ਕਿੰਨੇ ਹੀ ਤਰ੍ਹਾਂ ਦੇ MCQs ਬਣ ਸਕਦੇ ਨੇ, ਆਪਸ਼ਨ ਕੋਈ ਵੀ ਹੋ ਸਕਦੀ ਹੈ। ਅਗਰ ਤੁਸੀਂ ਟੌਪਿਕ ਧਿਆਨ ਨਾਲ ਸੁਣੇ ਹੋਣਗੇ ਤਾਂ ਤੁਸੀਂ ਕੀ ਹੈ, ਆਸਾਨੀ ਨਾਲ ਉਹਨਾਂ ਦੇ ਆਨਸਰ ਦੇ ਸਕਦੇ ਹੋ, ਜੇ ਤੁਸੀਂ ਟੌਪਿਕ ਧਿਆਨ ਨਾਲ ਸੁਣਿਆ। ਜੇ ਨਹੀਂ ਤਾਂ ਤੁਸੀਂ ਫਿਰ ਛੋਟੇ ਛੋਟੇ MCQs ਦੇ ਅਗਰ ਆਪਸ਼ਨ ਚੇਂਜ ਹੋ ਗਏ ਨਾ, ਫਿਰ ਤਾਂ ਰਟਾਫਿਕੇਸ਼ਨ ਵਾਲੀ ਗੱਲ ਹੋਗੀ ਕਿ ਮੈਮ ਨੇ ਤਾਂ ਇਹ ਪਾਇਆ ਸੀ, ਇਹ ਨਹੀਂ ਆਇਆ, ਉਹਦੀ ਜਗ੍ਹਾ ਆਪਸ਼ਨ ਚੇਂਜ ਹੋ ਸਕਦਾ। ਤਾਂ ਇਸ ਲਈ ਉਹ ਟੌਪਿਕਸ ਨੂੰ ਧਿਆਨ ਨਾਲ ਸੁਣਿਆ ਕਰੋ। ਹੁਣ ਜੇ ਕਿਸੇ ਦੇ ਕੋਈ ਕੁਐਸਚਨ ਹੈਗੇ ਆ ਰਿਗਾਰਡਿੰਗ, ਉਹ ਮੈਨੂੰ ਕਰ ਸਕਦਾ। ਜੀ ਮੈਮ ਅਨਮਿਊਟ ਕਰ ਲਿਓ ਜੀ। ਜਿਹਦੇ ਕੁਐਸਚਨ ਹੈ ਵਿੱਚ ਬੱਚੇ ਹੈਂਡ ਰੇਜ਼ ਕਰ ਰਹੇ ਸੀ ਸੈਂਟਰ ਦੇ ਵਿੱਚ, ਉਹ ਪਲੀਜ਼ ਹੁਣ ਕੁਐਸਚਨ ਕਰੋ, ਕਿਉਂਕਿ ਸੈਂਟਰ 'ਚ ਜਦੋਂ ਤੁਸੀਂ ਹੈਂਡ ਰੇਜ਼ ਕਰਦੇ ਹੋ ਉਦੋਂ ਟੀਚਰ ਦਾ ਧਿਆਨ ਤਾਂ ਕੰਮ 'ਚ ਹੁੰਦਾ ਹੈ ਨਾ, ਤੁਹਾਨੂੰ ਪੜ੍ਹਾਉਣ ਵਿੱਚ ਹੁੰਦਾ। ਹੁਣ ਦੱਸੋ ਜਿਹਨੇ ਜੋ ਗੱਲ ਕਰਨੀ ਹੈ। ਹਾਂਜੀ, गुड आफ्टरनून मैम। गुड आफ्टरनून। हाँ जी मैम, मुझे वो थोड़ा सा शार्प नीडल, क्रूअल नीडल का बताना। क्रूअल नीडल ਹੁੰਦੀ ਹੈ ਬੱਚੇ ਜਿਹਦੇ ਨੱਕੇ ਥੋੜੇ ਲੰਬੇ ਹੁੰਦੇ ਆ, ਠੀਕ ਹੈ। क्रूअल नीडल ਲੰਬੇ ਨੱਕੇ ਵਾਲੀ ਲੰਬੀ ਸੂਈ ਹੁੰਦੀ ਹੈ। ਸ਼ਾਰਪ ਨੀਡਲ ਜਿਹੜੀ ਅੱਗੋਂ ਪੁਆਇੰਟਿੰਗ ਤਿੱਖੀ ਹੁੰਦੀ ਹੈ। ठीक है मैम, शार्प नीडल स्विस में भी यूज होती है ना? ਇਸ ਚ ਯੂਜ਼ ਹੁੰਦੀ ਹੈ ਸ਼ਾਰਪ ਨੀਡਲ। क्रूअल नीडल? क्रूअल ਨਾਲ ਆਮ ਐਮਬਰਾਇਡਰੀਆਂ ਕਰ ਸਕਦੇ ਆ, ਜਿਵੇਂ ਅਸੀਂ ਕੋਈ ਕੀ ਇਹਦਾ ਨਾਮ ਹੈ, ਕੱਚਾ ਕਰਨਾ ਹੈ ਜਾਂ ਬੈਕ ਸਟਿਚ ਪਾਉਣਾ ਹੈ ਨਾ, ਇਦਾਂ ਦੇ ਕੰਮ ਕਰਨ ਵਾਸਤੇ ਅਸੀਂ ਕ੍ਰਿਲ ਨੀਡਲ ਯੂਜ਼ ਕਰ ਸਕਦੇ ਹਾਂ ਬੇਸਿਕਲੀ। ਕਿਉਂਕਿ ਜਿਹੜੀਆਂ ਸਪੈਸ਼ਲ ਨੀਡਲਸ ਹੁੰਦੀਆਂ ਨੇ ਉਹ ਸਪੈਸ਼ਲ ਕੰਮ ਲਈ ਵਰਤੀਆਂ ਜਾਂਦੀਆਂ ਨੇ। ਟੈਪੈਸਟਰੀ ਨੀਡਲ ਜਿਹੜੀਆਂ ਹੁੰਦੀਆਂ ਨੇ ਕਾਊਂਟਿਡ ਥ੍ਰੈਡ ਫੈਬਰਿਕ ਉੱਪਰ ਯੂਜ਼ ਕੀਤੀਆਂ ਜਾਂਦੀਆਂ ਨੇ, ਉਹ ਹਮੇਸ਼ਾ ਕਾਊਂਟਿਡ ਥ੍ਰੈਡ ਫੈਬਰਿਕ ਉੱਪਰ ਟੈਪੈਸਟਰੀ ਨੀਡਲ ਹੀ ਯੂਜ਼ ਹੋਏਗੀ। ठीक ठीक है मैम, थैंक यू थैंक यू। हेलो हेलो, हाँ जी, गुड आफ्टरनून मैम। गुड आफ्टरनून मैम मैं ITI ਮੁਕਤਸਰ ਤੋਂ ਨਛੱਤਰ ਮੈਮ ਦੀ ਸਟੂਡੈਂਟ ਬੋਲਦੀ ਹਾਂ। हाँ जी। ਮੈਮ ਥੋੜਾ ਜਿਹਾ ਤੁਸੀਂ ਡਰਾਨ ਤੇ ਪੁਲਟ ਥ੍ਰੈਡ ਬਾਰੇ ਥੋੜਾ ਜਿਹਾ ਡਿਟੇਲ ਚ ਦੱਸੋਗੇ? ਡਰਾਨ ਪੁਲ ਥ੍ਰੈਡ ਬੱਚੇ ਜਿਹੜਾ ਹੁੰਦਾ ਹੈ ਉਹ ਹਮੇਸ਼ਾ ਧਾਗਾ ਖਿੱਚ ਕੇ ਕੀਤੀ ਜਾਣ ਵਾਲੀ ਟੈਕਨੀਕ ਹੈ ਨਾ। ਔਰ ਡਰਾਨ ਪੁਲ ਥ੍ਰੈਡ ਦੇ ਵਿੱਚ ਅਸੀਂ ਬੇਸਿਕਲੀ ਜੋ ਯੂਜ਼ ਕਰਦੇ ਆ ਸਟਿਚ, ਉਹ ਹੈਮ ਸਟਿਚ ਯੂਜ਼ ਕਰਦੇ ਆ, ਕਿਉਂਕਿ ਸਭ ਤੋਂ ਪਹਿਲਾਂ ਅਸੀਂ ਧਾਗੇ ਖਿੱਚਦੇ ਆ ਜਦੋਂ ਕੱਟਦੇ ਆ ਤਾਂ ਉਹਨਾਂ ਧਾਗਿਆਂ ਨੂੰ ਇੱਕ ਸਾਈਡ ਤੋਂ ਬੰਨਣ ਲਈ ਸਾਨੂੰ ਹੈਮ ਸਟਿਚ ਦੀ ਲੋੜ ਪੈਂਦੀ ਹੈ ਨਾ। ਆਪਾਂ ਉਹਨੂੰ ਹੈਮ ਸਟਿਚ ਨਾਲ ਉਲੇੜੀ ਕਰਦੇ ਆ। ਜਦੋਂ ਤੁਸੀਂ ਪ੍ਰੈਕਟੀਕਲ ਕਰਦੇ ਹੋ, ਪ੍ਰੈਕਟੀਕਲ ਦੇ ਵਿੱਚ ਤੁਹਾਨੂੰ ਦੱਸਿਆ ਜਾਂਦਾ ਹੈ, ਠੀਕ ਹੈ। ਬਟ ਜਦੋਂ ਅਗਰ ਕੁਐਸਚਨ ਆਵੇ ਕਿ ਉਹਨਾਂ ਨੂੰ ਕਿਹਨਾਂ ਤਰੀਕੇ, ਜਿਵੇਂ ਡਰਾਨ ਪੁਲ ਥ੍ਰੈਡ ਹੈ ਉਸਦੇ ਕਿਨਾਰਿਆਂ ਨੂੰ ਤੁਸੀਂ ਕਿਵੇਂ ਫਿਨਿਸ਼ ਕਰਦੇ ਹੋ, ਤਾਂ ਉੱਥੇ ਆਂਦਾ ਸਾਟਨ ਸਟਿਚ। ਕਿਉਂਕਿ ਆਪਾਂ ਸਾਟਨ ਸਟਿਚ ਕਰਦੇ ਹੋਏ ਉਹਦੇ ਕਿਨਾਰਿਆਂ ਨੂੰ ਮਜ਼ਬੂਤ ਕਰਦੇ ਆ ਤਾਂ ਜੋ ਜਿਹੜੇ ਧਾਗੇ ਕੱਟੇ ਆ ਉਹ ਸਾਈਡਾਂ ਤੋਂ ਨਿਕਲ ਨਾ ਜਾਣ। ਓਕੇ ਮੈਮ, ਥੈਂਕ ਯੂ ਮੈਮ। ਬਾਕੀ ਜਿਹੜਾ ਮੈਂ ਤੁਹਾਨੂੰ ਚੈਪਟਰ ਕਰਵਾਇਆ ਸੀ ਡਰਾਨ ਪੁਲ ਥ੍ਰੈਡ ਕ੍ਰਾਸ ਵਰਕ ਦੇ ਉੱਪਰ, ਤੁਸੀਂ ਉਹ ਮੇਰਾ ਲਿਆ ਨਹੀਂ ਸੀਗਾ। ਉਹਦੇ ਵਿੱਚ ਸਾਰਾ ਟੈਕਨੀਕਸ, ਸਾਰੀਆਂ ਚੀਜ਼ਾਂ, ਸਭ ਕੁਝ ਉਹਦੇ ਵਿੱਚ ਦੱਸਿਆ ਸੀ। ਨਹੀਂ ਮੈਮ, ਉਹ ਮੇਰੇ ਤੋਂ ਮਿਸ ਹੋ ਗਿਆ ਸੀ। ਬਸ ਫਿਰ ਤਾਂ ਹੀ ਤਾਂ ਤੁਹਾਨੂੰ ਪਤਾ ਨਹੀਂ ਲੱਗਾ। ਥੈਂਕ ਯੂ ਮੈਮ। ਠੀਕ ਹੈ। जी मैम। हाँ जी मैम। करिए सेशन जी और फिर। हाँ जी ठीक है मैम। ठीक है, लास्ट स्लाइड दे कोई अपना कांटेक्ट नंबर दसना तुसी शेयर कर दो जी।
ਜਿਨ੍ਹਾਂ ਨੇ ਮੈਨੂੰ ਕੋਈ ਰਿਗਾਰਡਿੰਗ ਕੋਈ ਵੀ ਕੁਐਸਚਨ ਪੁੱਛਣੇ ਹੈ, ਜਿਨ੍ਹਾਂ ਨੂੰ ਕੋਈ ਡਾਊਟ ਹੁੰਦੀ ਹੈ, ਉਹ ਮੈਨੂੰ ਮੇਰੇ ਨੰਬਰ ਤੇ ਕੰਟੈਕਟ ਕਰ ਸਕਦੇ ਆ 9592501121 ਔਰ ਇਹਦੇ ਤੇ ਮੈਨੂੰ ਆਪਣੇ ਕੁਐਸਚਨਸ ਕਰ ਸਕਦੇ ਆ। हेलो ਹਾਂਜੀ हेलो हेलो ਹਾਂਜੀ हाँ जी मैम। जी नक्षत्र मैम बोलिए जी, बोलिए जी। हाँ जी मैडम, बहुत बढ़िया जी, बहुत बढ़िया, वेरी गुड। ਜੀ ਥੈਂਕ थोड़ी ਯੂ ਮੈਮ। हाँ थोड़ी जी आई सी माड़ी मोटी प्रॉब्लम जी, चलो ਉਹਦੇ ਨਾਲ ਦੀ ਨਾਲ ਹੋ ਜਾਂਦਾ ਥੋੜਾ ਜਿਹਾ, ਠੀਕ ਹੈ। ਹਾਂਜੀ ਉਹ ਪਤਾ ਨਹੀਂ ਅੱਜ ਨੈਟਵਰਕ ਪ੍ਰੋਬਲਮ ਸਾਰਿਆਂ ਦੇ ਚੱਲ ਰਹੀ ਹੈ ਔਰ ਸਾਰਿਆਂ ਦੇ ਸੈਸ਼ਨ ਏਦਾਂ ਹੀ ਜਾ ਰਹੇ ਆ। जी हाँ नहीं जी मैम जी, बहुत अच्छा गया जी, बहुत अच्छा गया, तो कोई गल बहुत नहीं। ਵਧੀਆ ਸੀ ਜੀ, ਬਹੁਤ ਵਧੀਆ। ਠੀਕ ਹਾਂਜੀ ਠੀਕ ਹੈ ਮੈਮ, ਥੈਂਕ ਯੂ। ਠੀਕ। ਦਲਜੀਤ ਮੈਮ ਕਿੰਨੂ ਮੈਮ ਦੀ ਹੋਸਟਿੰਗ ਹੋਵੇ ਔਰ ਸੈਸ਼ਨ ਵਧੀਆ ਨਾ ਜਾਵੇ, ਹੋ ਨਹੀਂ ਸਕਦਾ ਨਾ। मैम थोड़ी बिल्कुल, प्रेजेंस बिल्कुल। मास्टर जी, मेरे सेशन थोड़ी प्रेजेंस मास्टर, इवन सारे सेशन सानू मोटिवेशन ਨਹੀਂ स्किल ਸਾਰੇ ਸੈਸ਼ਨ ਬਹੁਤ ਹੋਏ। ਪਤਾ ਕੀ ਹੈ ਮੈਮ, ਦੇਖੋ ਇਹ ਤਾਂ ਟੈਕਨੀਕਲੀ ਪ੍ਰੋਬਲਮਸ ਹੈ, ਕਿਤੇ ਵੀ ਚੱਲ ਸਕਦੀ ਹੈ, ਕਿਤੇ ਵੀ ਹੋ ਸਕਦੀ ਹੈ। जी ਹਾਂਜੀ ਹਾਂਜੀ ਇਹ ਕੰਪਿਊਟਰ ਹੈ, ਇਹ ਕਦੇ ਵੀ ਸਾਥ ਛੱਡ ਸਕਦੇ ਆ। नहीं नहीं बस अपना एनर्जी लेवल देखो बिल्कुल मेंटेन है, सब कुछ अच्छा। बिल्कुल ਹਾਂਜੀ ਹਾਂਜੀ जी 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 ठीक है मैम। ਬਹੁਤ ਵਧੀਆ। राइट मैम, बहुत राइट, ठीक है, थैंक यू सो मच मैम, थैंक यू जी, थैंक यू ऑल द Okay, ma'am. पार्टिसिपेंट, थैंक यू। ਥੈਂਕ ਯੂ ਮੈਮ। थैंक यू ऑल।